अजूनी गुरु प्रसाद जप आद सच जुगाद सच है पी सच नानक होसी पी सच चक्र चिन्ह आर बरन जात आर पात नहन जेह रूप रंग आर रेख पेख को कहना सकत केह अचल मूरत अनभव प्रकाश हमें तोज कह जाए कोट इंद्र इंद्राण साहे साहण गणजय त्रिभुवन महीप सुर नर असुर नेत नेत बन तृण कहत त्वै सर्ब नाम कथा कवन कर्म नाम बरनत सुमत जग और न जाहे महातम में अवतार उजागर आन कियो तिनके दुख कोटक दूर गए मथुरा जिन अमृत नाम पियो एह पद्धत ते मत चूकह रे मन भेद बभेद न जान बियो पर तछ हृदय गुर अर्जुन का हर पूरन ब्रह्म निवास लियो तहन गगन नवखंड मह जोत सब रूपी रहयो पार पन मथुरा कछ भेद नहीं गुर अर्जुन पर तख हर कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी कहाँ लग गए हो कीट बखाना महिमा
तोर तुही प्रभ जानै। पिता जन्म जिम पूत ना पावै, कहाँ तवन का भेद बतावै। हमें दृष्ट शुभ करै, हरै अग पाप सकल मल। काम क्रोध अर लोभ मोह, वश करै सबै बल। सदा सुख मन वसै, दुख संसार खोवै। गुर नव निध धरिया, जन्म हम कालख तोवै। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाय। दर्शन परसै गुरु कै, जन्म मरण दुख जाय। सतनाम श्री वाहेगुरु साहेब जीओ। हाँ वारे जियो वारे, गुरमुख मन तन पावणिया। तू मेरा पर्वत तू मेरा ओला, तुम संग लवै न लावणिया। हाँ वारे जियो वारे, गुरमुख मन तन पावणिया। तू मेरा पर्वत तू मेरा ओला, तुम संग लवै न लावणिया। रहाओ तेरा कीता जिस लागै मीठा, कहट कहट पार ब्रह्म तिन जान डिठा। थान थनंतर तू है एको एक वर्तावणिया। सगल मनोरथ तू देवण हारा, भगति पहाय परे भंडारा। दया तहार राखे तोध से, पूरा कर्म समावणिया। अंधकूप ते कंढ चाड़े, कर कृपा दास नदर निहाले। गुण गावह पूरन अविनाशी, कह सुन टोट न आवणिया। अंधकूप ते कंढ चाड़े, कर कृपा दास नदर निहाले। गुण गावह पूरन अविनाशी, कह सुन टोट न आवणिया।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜਾਗਦੀ ਜੋਤ 10 ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਸਤਸੰਗਤ ਵਿੱਚ ਬੈਠ ਕਰਕੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਸੱਚੇ ਪਾਤਸ਼ਾਹ ਜਾਗਦੀ ਜੋਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਜੀ ਨੂੰ ਦਰਸ਼ਨ ਦਿਦਾਰਿਆਂ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਪਾਵਨ ਤਖਤ ਦੀ ਚਰਨ ਧੂੜ ਨੂੰ ਪਰਸਦਿਆਂ ਹੋਇਆਂ ਆਪ ਜੀ ਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸਾਧ ਸੰਗਤ ਜੀ, ਅੱਜ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸਾਗਰ, ਗੁਰਬਾਣੀ ਰਚਨਹਾਰ, ਦੀਨਾ ਬੰਧੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਅੱਜ ਦੇ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਭਾਨੀ ਜੀ ਦੇ ਉਦਰ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਪੈਰ ਰਾਤ ਰਹਿੰਦੀ ਹਜ਼ੂਰ ਨੇ ਗੁਰਦੁਆਰਾ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਅਵਤਾਰ ਧਾਰਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਪਨ ਗੋਇੰਦਵਾਲ ਸਾਹਿਬ ਦੇ ਅੰਦਰ ਬਤੀਤ ਹੋਇਆ ਹੈ। ਹਜ਼ੂਰ ਦੀਆਂ ਬਚਪਨ ਦੀਆਂ ਯਾਦਗਾਰਾਂ ਗੁਰਦੁਆਰਾ ਚੁਬਾਰਾ ਸਾਹਿਬ ਦੇ ਅੰਦਰ ਮੌਜੂਦ ਹਨ। ਸੱਚੇ ਪਾਤਸ਼ਾਹ ਆਪਣੇ ਨਾਨਾ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਬਚਪਨ ਦੇ ਅੰਦਰ ਬੇਅੰਤ ਬਖਸ਼ਿਸ਼ਾਂ ਵਰ ਪ੍ਰਾਪਤ ਕੀਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਆਪਣੀ ਗੋਦ ਵਿੱਚ ਉਠਾ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਵਰ ਦਿੱਤਾ ਸੀ, ਦੋਹਿ ਥਾ ਬਾਣੀ ਕਾ ਬੋਹਿ ਥਾ। ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਖੇਡਦਿਆਂ ਹੋਇਆਂ ਆਪ ਜੀ ਦੀ ਗੇਂਦ ਜਦੋਂ ਮਹਾਰਾਜ ਰੜਿਆ ਕਰਦੇ ਸੀ ਗੁਰੂ ਅਰਜਨ ਸਾਹਿਬ, ਸੱਚੇ ਪਾਤਸ਼ਾਹ ਜੀ ਖੇਡ ਰਹੇ ਸਨ ਕਿ ਗੇਂਦ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਪਲੰਘੇ ਤੇ ਡਿੱਗ ਗਈ ਤੇ ਬੀਬੀ ਭਾਨੀ ਜੀ ਘਰ ਦੇ ਕਾਰ ਵਿੱਚ ਰੁੱਝੇ ਹੋਏ ਸਨ, ਧਿਆਨ ਨਹੀਂ ਗਿਆ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਹੁਕਮ ਸੀਗਾ ਕਿ ਭਾਈ ਜਦੋਂ ਅਸੀਂ ਧਿਆਨ ਸਥਿਤ ਹੋਈਏ ਉਦੋਂ ਸਾਨੂੰ ਕੋਈ ਕਿਸੇ ਪ੍ਰਕਾਰ ਨੇੜੇ ਸਾਡੇ ਆਵਾਜ਼ ਨਾ ਕਰੇ। ਤੇ ਬੀਬੀ ਭਾਨੀ ਜੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਬਹੁਤ ਭਾਵਨਾ ਨਾਲ ਸੇਵਾ ਕਰਦੇ। ਹਜ਼ੂਰ ਨੂੰ ਕੇਵਲ ਪਿਤਾ ਜਾਣ ਕੇ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕਰਕੇ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ। ਤੇ ਇਸ ਸੇਵਾ ਕਰਕੇ ਹੀ ਮਾਤਾ ਭਾਨੀ ਜੀ ਨੇ ਸਤਿਗੁਰਾਂ ਜੀ ਤੋਂ ਬੜੇ ਬੜੇ ਵੱਡੇ ਵਰ ਪ੍ਰਾਪਤ ਕੀਤੇ। ਇਹ ਸੇਵਾ ਹੀ ਸੀਗੀ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਇੰਨੇ ਖੁਸ਼ ਹੋਏ ਸੀ ਕਿ ਆ ਪੁੱਤਰ ਵਰ ਮੰਗ, ਤੈਨੂੰ ਕੀ ਚਾਹੀਦਾ। ਜਦੋਂ ਮਹਾਰਾਜ ਇਸ਼ਨਾਨ ਕਰਦੇ ਆ ਕਹਿੰਦੇ ਇੱਕ ਪੀੜੇ ਦਾ ਪਾਵਾ ਜਿਹੜਾ ਸੀ ਨਾ ਇੰਨਾ ਢਿੱਲਾ ਸੀਗਾ ਤੇ ਉਹ ਮੋੜ ਖਾ ਗਿਆ ਸੀ
ਤੇ ਜਦੋਂ ਪਾਵਾ ਮੋੜ ਖਾ ਗਿਆ, ਬੀਬੀ ਭਾਨੀ ਜੀ ਨੇ ਸੋਚਿਆ ਕਿ ਜੇ ਪਿਤਾ ਜੀ ਇਸ ਪਾਸੇ ਵੱਲ ਨੂੰ ਹੁਣ ਕਰਵਟ ਲਈ ਤਾਂ ਮਹਾਰਾਜ ਥੱਲੇ ਡਿੱਗ ਜਾਣਗੇ ਪੀੜੇ ਤੋਂ। ਸਤਿਗੁਰੂ ਜੀ ਦੇ ਸਰੀਰ ਤੇ ਜਲ ਪਾ ਰਹੇ ਸੀ ਤੇ ਉਹ ਪਾਵਾ ਤਾਂ ਵਿੱਚੋਂ ਖਿਸਕਿਆ ਹੋਇਆ ਸੀ ਤੇ ਉਹਦਾ ਤਿੱਖਾ ਕਿੱਲ ਸੀ ਅੰਦਰ ਨੂੰ। ਵੇਖ ਲਓ ਕਿੰਨੀ ਬਰਦਾਸ਼ਤ ਸ਼ਕਤੀ ਰੱਖ ਕੇ ਉਸ ਕਿੱਲ ਦੇ ਥੱਲੇ ਆਪਣਾ ਪੈਰ ਕਰ ਦਿੱਤਾ ਕਿ ਪਿਤਾ ਜੀ ਦਾ ਪੀੜਾ ਡੋਲੇ ਨਾ। ਮਹਾਰਾਜ ਦੇ ਸਰੀਰ ਤੇ ਇੱਕ ਰਸ ਜਲ ਪਾਈ ਗਏ ਤੇ ਖੂਨ ਬਹੁਤ ਜ਼ਿਆਦਾ ਵਗਿਆ ਤੇ ਜਲ ਨਾਲ ਸਗੋਂ ਵਿਸਥਾਰ ਹੋ ਗਿਆ ਖੂਨ ਦਾ। ਮਹਾਰਾਜ ਜਦੋਂ ਇਸ਼ਨਾਨ ਕਰਕੇ ਉੱਠੇ ਸਤਿਗੁਰੂ ਜੀ ਤੇ ਵੇਖਿਆ ਥੱਲੇ ਲਹੂ ਹੀ ਲਹੂ। ਮਹਾਰਾਜ ਨੇ ਵੇਖਿਆ ਸਾਡੀ ਪੁੱਤਰੀ ਨੇ ਬੜਾ ਸਿਦਕ ਰੱਖਿਆ, ਪਾਵੇ ਦੇ ਖਿੱਲ ਥੱਲੇ ਆਪਣਾ ਪੈਰ ਦੇ ਦਿੱਤਾ। ਉਦੋਂ ਹਜ਼ੂਰ ਨੇ ਖੁਸ਼ ਹੋ ਕੇ ਪੁੱਛਿਆ ਸੀ, ਪੁੱਤਰ ਦੱਸ ਤੈਨੂੰ ਕੀ ਵਰ ਚਾਹੀਦਾ, ਮੰਗ ਜੋ ਤੇਰੀ ਇੱਛਾ ਹੈ। ਤੇ ਉਸ ਸਮੇਂ ਮਾਤਾ ਭਾਨੀ ਜੀ ਨੇ ਇਹ ਵਰ ਮੰਗਿਆ ਸੀ ਕਿ ਪਿਤਾ ਜੀ ਕਿਰਪਾ ਕਰੋ ਇਹ ਗੁਰਿਆਈ ਦੀ ਬਖਸ਼ਿਸ਼ ਘਰ ਵਿੱਚ ਰਹੇ, ਕਿਉਂਕਿ ਆਪ ਨੇ ਵੇਖਿਆ ਸੀ ਮਹਾਰਾਜ ਸੇਵਾਦਾਰ ਦੇ ਉੱਤੇ ਢਲਦੇ ਆ ਸੱਚੇ ਪਾਤਸ਼ਾਹ ਜੀ। ਮਹਾਰਾਜ ਇਹੋ ਜਿਹਾ ਸੇਵਾਦਾਰ ਆਪਣੇ ਘਰ 'ਚ ਹੀ ਬਖਸ਼ੋ। ਹਜ਼ੂਰ ਨੇ ਫਿਰ ਕਿਹਾ ਸੀ ਇਹ ਤਾਂ ਬਹੁਤ ਆਉਣ ਵਾਲਾ ਸਮਾਂ ਇਹੋ ਜਿਹਾ ਕੁਰਬਾਨੀਆਂ ਕਰਨੀਆਂ ਪੈਣਗੀਆਂ। ਤੇ ਫਿਰ ਮਾਤਾ ਭਾਨੀ ਜੀ ਨੇ ਆਖਿਆ ਮਹਾਰਾਜ ਇਹ ਕੁਰਬਾਨੀਆਂ ਵੀ ਕਿਰਪਾ ਕਰਕੇ ਮੇਰੀ ਵੰਸ਼ ਦੀ ਝੋਲੀ ਪਾ ਦਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਸੀ, ਆਸ਼ੀਰਵਾਦ ਦਿੱਤੀ ਸੀ। ਜਿਸ ਵਕਤ ਮਾਤਾ ਭਾਨੀ ਜੀ ਨੇ ਵੇਖਿਆ ਉਹਨਾਂ ਚਿਰ ਨੂੰ ਬਾਲਕ ਅਵਸਥਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਨਾਨਾ ਸਤਿਗੁਰੂ ਜੀ ਦੇ ਪਲੰਗੇ ਨੂੰ ਹੱਥ ਪਾ ਲਿਆ ਸੀ, ਜਾ ਕੇ ਗੇਂਦ ਪ੍ਰਾਪਤ ਕਰਨਾ ਚਾਹੁੰਦੇ ਸੀਗੇ ਤੇ ਪਲੰਗੇ ਤੇ ਚੜ੍ਹਨ ਦਾ ਯਤਨ ਕਰ ਰਹੇ ਆ। ਗੁਰੂ ਸਾਹਿਬ ਜੀ ਸਮਾਧੀ ਲੀਨ ਨੇ। ਮਾਤਾ ਭਾਨੀ ਜੀ ਨੇ ਜਦੋਂ ਵੇਖਿਆ ਇੰਨੇ ਚਿਰ ਨੂੰ ਦੇਰ ਹੋ ਗਈ ਸੀ, ਮਨ ਵਿੱਚ ਬੜਾ ਭੈ ਲੱਗਿਆ ਕਿ ਸਤਿਗੁਰੂ ਜੀ ਨੇ ਕਿਹਾ ਸਾਡੇ ਨੇੜੇ ਕੋਈ ਆਵਾਜ਼ ਨਾ ਕਰੇ, ਸ਼ੋਰ ਨਾ ਕਰੇ। ਸਾਡੇ ਪੁੱਤਰ ਨੇ ਗੁਰੂਦੇਵ ਦੇ ਪਲੰਗੇ ਨੂੰ ਜਾ ਹੱਥ ਪਾਇਆ, ਸਤਿਗੁਰੂ ਜੀ ਕਿਤੇ ਕੋਈ ਖਫੇ ਹੋ ਕੇ ਬਚਨ ਨਾ ਕਰ ਦੇਣ। ਜਦੋਂ ਸੱਚੇ ਪਾਤਸ਼ਾਹ ਜੀ ਦੇ ਨੇਤਰ ਖੁੱਲੇ ਤੇ ਇਤਿਹਾਸ ਵਿੱਚ ਅੰਕਿਤ ਨੇ, ਮਹਾਰਾਜ ਨੇ ਕਿਹਾ ਕਿ ਕਿਹੜਾ ਭਾਈ ਐਸਾ ਭਾਰੀ ਪੁਰਖ ਜਿਹਨੇ ਸਾਡਾ ਪਲੰਗਾ ਹਿਲਾਤਾ। ਜਦੋਂ ਮਹਾਰਾਜ ਵੇਖਿਆ ਨਾ ਨੇਤਰ ਖੋਲੇ ਤੇ ਸਤਿਗੁਰੂ ਜੀ ਨੇ ਵੇਖਿਆ ਸਾਡਾ ਦੋਹਿਤਾ ਪਲੰਗੇ ਤੇ ਚੜ੍ਹਨ ਦਾ ਯਤਨ ਕਰ ਰਿਹਾ। ਮਹਾਰਾਜ ਜੀ ਖੁਸ਼ ਹੁੰਦਿਆਂ ਹੋਇਆਂ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਇਹ ਤਖਤ ਤੁਹਾਨੂੰ ਪ੍ਰਾਪਤ ਹੋਵੇਗਾ, ਪਰ ਕਾਹਲੀ ਨਾ ਕਰੋ, ਤੁਹਾਨੂੰ ਤੁਹਾਡੇ ਪਿਤਾ ਜੀ ਤੋਂ ਪ੍ਰਾਪਤ ਹੋਵੇਗਾ। ਇਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੂੰ ਬਚਪਨ 'ਚ ਹੀ ਵਰ ਦੇ ਦਿੱਤੇ ਸੀ ਤੇ ਫਿਰ ਉੱਠ ਕੇ ਮਹਾਰਾਜ ਨੇ ਗੋਦ ਵਿੱਚ ਚੱਕ ਲਿਆ ਸੀ ਤੇ ਉਦੋਂ ਇਹ ਬਚਨ ਕਹੇ ਸੀ। ਆਪ ਦਾ ਸਰੀਰ ਭਾਰਾ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ, ਤੇ ਸਤਿਗੁਰੂ ਨੇ ਉਦੋਂ ਇਹ ਉਠਾਉਂਦਿਆਂ ਹੋਇਆਂ ਬਚਨ ਕਹੇ ਸੀ, ਦੋਹਿਥਾ ਬਾਣੀ ਕਾ ਬੋਹਿਥਾ, ਕਿ ਬਾਣੀ ਦਾ ਜਹਾਜ਼ ਤਿਆਰ ਕਰਨਗੇ। ਸੱਚੇ ਪਾਤਸ਼ਾਹ ਜੀ ਜਿਸ ਲੱਕੜ ਦੇ ਥੰਮ ਦੇ ਦੁਆਲੇ ਖੇਡਿਆ ਕਰਦੇ ਸਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਉਹ ਸਾਧ ਸੰਗਤ ਜੀ ਸ਼ੀਸ਼ੇ ਵਿੱਚ ਮੜਿਆ ਹੋਇਆ ਲੱਕੜ ਦਾ ਥੰਮ ਗੁਰਦੁਆਰਾ ਚੁਬਾਰਾ ਸਾਹਿਬ ਦੇ ਅੰਦਰ ਸੰਗਤਾਂ ਦਰਸ਼ਨ ਕਰਦੀਆਂ। ਮਾਤਾ ਭਾਨੀ ਜੀ ਦਾ ਉਹ ਚੁੱਲ੍ਹਾ ਵੀ ਹੈ ਜਿੱਥੇ ਗੁਰੂਦੇਵ ਨੂੰ ਲੰਗਰ ਬਣਾ ਕਰਕੇ ਮਾਤਾ ਜੀ ਛਕਾਇਆ ਕਰਦੇ ਸੀਗੇ। ਤੋ ਸਾਧ ਸੰਗਤ ਜੀ ਇਹ ਬੜਮੁੱਲੀਆਂ ਯਾਦਗਾਰਾਂ ਨੇ ਉੱਥੇ ਗੁਰਦੁਆਰਾ ਚੁਬਾਰਾ ਸਾਹਿਬ ਜੀ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਬਚਪਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਧ ਸੰਗਤ ਜੀ ਸਿੱਖਿਆ ਦੀਕਸ਼ਾ ਵਿੱਚ ਬਤੀਤ ਹੋਇਆ। ਜਦੋਂ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਜੀ ਨਗਰ ਵਸਾਇਆ ਹੈ, ਪਿਤਾ ਸਤਿਗੁਰੂ ਜੀ ਦੇ ਕੋਲ ਆਪ ਜੀ ਨੇ ਇੱਥੇ ਆਪਣੇ ਬਚਪਨ ਦਾ ਸਮਾਂ ਬਤੀਤ ਕੀਤਾ। ਪਿਤਾ ਜੀ ਦੀ ਆਗਿਆ ਵਿੱਚ ਰਹੇ ਹੈ। ਮਾਤਾ ਭਾਨੀ ਜੀ ਜਦੋਂ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਵੇਖਦੇ ਕਿ ਉਹਦਾ ਤਾਂ ਮਾਇਆ ਵੱਲ ਬੜਾ ਲਗਾਵ ਹੈ, ਪਦਾਰਥਾਂ ਵੱਲ ਹੀ ਲਗਾਵ ਹੈ, ਗੁਰੂ ਪਿਤਾ ਨਾਲ ਪ੍ਰੇਮ ਨਹੀਂ ਕਰਦਾ, ਆਖਿਆ ਕਰਨਾ ਮਾਤਾ ਭਾਨੀ ਜੀ ਨੇ ਕਿ ਪੁੱਤਰ ਗੁਰੂ ਸਾਹਿਬ ਤਾਂ ਸੇਵਾ ਤੇ ਰੀਝਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਨਹੀਂ ਵੇਖਦੇ ਕਿ ਸਾਡਾ ਪੁੱਤਰ ਵੈ, ਕਦੇ ਮਤਾਂ ਭੁੱਲ ਜਾਵੀਂ ਕਿ ਮਾਇਆ ਵਿੱਚ ਚਿੱਤ ਲਾ ਕੇ ਪਿਤਾ ਗੁਰੂ ਜੀ ਦੀ ਸੇਵਾ ਨਾ ਕਰੇ, ਭਾਵਨਾ ਨਾਲ ਪਿਤਾ ਗੁਰੂ ਜੀ ਦੀ ਸੇਵਾ ਕਰਿਆ ਕਰ। ਪਰ ਸਾਧ ਸੰਗਤ ਜੀ ਜਦੋਂ ਮਨ ਹੀ ਭਰਮਿਆ ਹੋਵੇ,
ਪ੍ਰਿਥੀ ਚੰਦ ਜਿਹੜਾ ਸੀ ਉਹਦਾ ਲਗਾਵ ਮਹਾਰਾਜ ਜੀ ਦੇ ਨਾਲ ਨਹੀਂ ਸੀ, ਉਹਦਾ ਲਗਾਵ ਸੀਗਾ ਕਿ ਮੈਨੂੰ ਗੁਰਿਆਈ ਤਖਤ ਮਿਲੇ। ਇਹੀ ਸਾਰਾ ਉਹਨੇ ਗੁਰਿਆਈ ਤਖਤ ਨਾ ਐਸ਼ਵਰਜ ਦਾ ਸਾਧਨ ਸਮਝਿਆ ਹੋਇਆ ਸੀਗਾ। ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਾਂ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਸੇਵਾਦਾਰ ਸਮਝਦੇ ਸੀ। ਜਦੋਂ ਫਿਰ ਮਹਾਰਾਜ ਜੀ ਦੇ ਤਾਇਆ ਸਹਾਰੀ ਮਲ ਜੀ ਲਾਹੌਰੋਂ ਆਏ, ਘਰ ਵਿੱਚ ਵਿਆਹ ਕਾਰਜ ਰੱਖਿਆ ਹੋਣ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ। ਹਜੂਰ ਨੇ ਕਿਹਾ ਕਿ ਸਾਡੇ ਜਾਣ ਵਿੱਚ ਬੜੇ ਕਾਰਨ ਮੈਂ ਅਸੀਂ ਜਾ ਨਹੀਂ ਸਕਦੇ, ਤੁਹਾਡੇ ਵਿਆਹ ਕਾਰਜ ਵਿੱਚ ਜਾਵਾਂਗੇ, ਬਹੁਤ ਸਿੱਖ ਸੰਗਤਾਂ ਇਕੱਠੀਆਂ ਹੋਣਗੀਆਂ, ਫਿਰ ਤੁਸੀਂ ਬਰਾਤੀਆਂ ਦੀ ਸੰਭਾਲ ਕਿਵੇਂ ਕਰੋਗੇ? ਤੇ ਜੇ ਬਰਾਤ ਵਿੱਚ ਸਾਡੇ ਕਿਸੇ ਸਿੱਖ ਦਾ ਨਰਾਦਰ ਹੋ ਗਿਆ ਤੇ ਫਿਰ ਮਹਾਰਾਜ ਕਹਿੰਦੇ ਇਹ ਨਹੀਂ ਅਸੀਂ ਸਹਾਰ ਸਕਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਇੱਕ ਸਿੱਖ ਨੂੰ ਗੁਰੂ ਸਾਹਿਬ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕੇ ਸਤਿਕਾਰ ਦਿੰਦੇ ਸੀ। ਇਹਨਾਂ ਮਹਾਰਾਜ ਸਿੱਖਾਂ ਦਾ ਵੀ ਮਾਣ ਕਰਿਆ ਕਰਦੇ। ਆਖਿਆ ਮਹਾਰਾਜ ਫਿਰ ਸਾਨੂੰ ਜੋ ਆਗਿਆ ਕਰੋ। ਹਜੂਰ ਨੇ ਕਿਹਾ ਕਿ ਸਾਡੇ ਪੁੱਤਰ ਨੂੰ ਲੈ ਜਾਓ। ਆਖਿਆ ਮਹਾਰਾਜ ਤੁਹਾਡੇ ਪੁੱਤਰ ਹੀ ਤੁਹਾਡਾ ਰੂਪ ਨੇ, ਮਹਾਰਾਜ ਤੁਸੀਂ ਆਪਣੇ ਪੁੱਤਰ ਨੂੰ ਭੇਜ ਦਿਓ। ਪ੍ਰਿਥੀ ਚੰਦ ਨੂੰ ਆਖਿਆ ਇਸ ਨਾ ਕੀਤੀ ਸੀ, ਕਿਉਂਕਿ ਸੋਚਦਾ ਸੀ ਕਿ ਗੁਰੂ ਪਿਤਾ ਦੇ ਕੋਲੋਂ ਚਲੇ ਗਿਆ ਤੇ ਗੁਰਿਆਈ ਤਖਤ ਕਿਤੇ ਛੋਟੇ ਭਰਾ ਨਾ ਲੈ ਲੈਣ। ਮਹਾਰਾਜ ਦੇ ਕੋਲ ਹੀ ਪ੍ਰਿਥੀ ਚੰਦ ਰਹਿਣਾ ਚਾਹੁੰਦਾ ਸੀ। ਨਹੀਂ ਸੀ ਉਹਨੂੰ ਪਤਾ ਕਿ ਆਗਿਆ ਮੰਨਣੀ ਭਲੀ ਹੁੰਦੀ ਹੈ। ਬਾਬਾ ਮਾਨਦੇਵ ਜੀ ਨੇ ਵੀ ਕਿਹਾ ਕਿ ਮਹਾਰਾਜ ਮੈਂ ਕੀ ਲੈਣਾ ਰਿਸ਼ਤੇਦਾਰਾਂ ਤੋਂ, ਇਨਕਾਰ ਕਰ ਦਿੱਤਾ। ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਪਿਤਾ ਸਤਿਗੁਰੂ ਜੀ ਦੀ ਆਗਿਆ ਨੂੰ ਪਾਲਿਆ ਤੇ ਸਾਧ ਸੰਗਤ ਜੀ ਵਿਆਹ ਕਾਰਜ ਵਿੱਚ ਉੱਥੇ ਹਾਜ਼ਰੀ ਭਰੀ। ਤੇ ਫਿਰ ਸਤਿਗੁਰਾਂ ਜੀ ਨੇ ਦੋਹਾਂ ਪੁੱਤਰਾਂ ਦੇ ਨਾਂ ਕਰਨ ਤੋਂ ਨਾ ਕੁਝ ਖਫੇ ਹੋ ਕੇ ਕਹਿਤਾ ਸੀ, ਜਿੰਨਾ ਚਿਰ ਬੁਲਾਈਏ ਨਾ ਉਹਨਾਂ ਚਿਰ ਅੰਮ੍ਰਿਤਸਰ ਨਹੀਂ ਆਉਣਾ। ਆਖਿਆ ਮਹਾਰਾਜ ਅਸੀਂ ਚਿੱਠੀ ਲਿਖ ਸਕਦੇ ਹਾਂ ਜਾਂ ਚਿੱਠੀ ਵੀ ਪੱਤਰ ਵੀ ਨਹੀਂ ਲਿਖ ਸਕਦੇ। ਆਖਿਆ ਪੱਤਰ ਲਿਖ ਸਕਦੇ ਹੋ। ਤੇ ਸਾਧ ਸੰਗਤ ਜੀ ਉਹ ਧਰਮਸ਼ਾਲਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਦਾ ਸਥਾਨ ਜਿਹੜਾ ਸੀ ਚੂਨਾ ਮੰਡੀ ਲਾਹੌਰ, ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਦੇ ਜਿੱਥੇ ਅਵਤਾਰ ਹੋਇਆ ਹੈ। ਦਾਸ ਨੇ ਹੁਣ ਪਿੱਛੇ ਦਰਸ਼ਨ ਕੀਤੇ ਉਸ ਪਾਵਨ ਸਥਾਨ ਤੇ। ਬੜੇ ਸੰਘਣੇ ਬਾਜ਼ਾਰ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਹ ਘਰ। ਤੇ ਸਾਧ ਸੰਗਤ ਜੀ ਤਕਰੀਬਨ ਬਹੁਤ ਇਮਾਰਤਾਂ ਅਜੇ ਵੀ ਪੁਰਾਤਨਤਾ ਦੀ ਦਿੱਖ ਨੂੰ ਜਿਹੜਾ ਹਨ ਪੇਸ਼ ਕਰਦੀਆਂ ਨੇ। ਤੇ ਜਿਸ ਵਕਤ ਉੱਥੇ ਅਸੀਂ ਅੰਦਰ ਦਰਸ਼ਨ ਕੀਤੇ, ਨਾਲ ਸੰਗਤਾਂ ਸਨ ਤੇ ਪਰਿਵਾਰ ਨਾਲ ਹੋਣ ਕਰਕੇ ਫਿਰ ਇਤਿਹਾਸ ਉੱਥੋਂ ਦਾ ਦੱਸਿਆ ਸਾਰਿਆਂ ਨੂੰ। ਤੇ ਜਿਹੜੇ ਪ੍ਰੇਮੀ ਸੀਗੇ ਉਹਨਾਂ ਨੂੰ ਪੁੱਛਿਆ ਕਿ ਭਾਈ ਜਿੱਥੇ ਮਹਾਰਾਜ ਜਿਹੜੀ ਛੱਤ ਤੇ ਸਤਿਗੁਰੂ ਜੀ ਚੜ੍ਹ ਕਰਕੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਵੇਖਦੇ ਰਹਿੰਦੇ ਸੀ, ਉਸ 12 ਦਰੀ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ, ਉਹ ਕਿੱਥੇ ਹੈ? ਉਹ ਕਹਿਣ ਲੱਗੇ ਬਾਬਾ ਜੀ ਕਦੇ ਕਿਸੇ ਪੁੱਛਿਆ ਨਹੀਂ ਇੱਦਾਂ ਆ ਕਰਕੇ, ਤੇ ਉਹ ਤਾਂ ਕੇਵਲ ਚਿੰਨ੍ਹ ਮਾਤਰ ਹੀ ਰਹਿ ਗਈ ਹੈ। ਫਿਰ ਸਾਧ ਸੰਗਤ ਜੀ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਬਾਹੀ ਤੇ ਉਹਨਾਂ ਨੇ ਉਹ ਕੁਝ ਨਿਸ਼ਾਨੀਆਂ ਹੀ ਦਿਖਾਈਆਂ ਕਿ ਇਸ 12 ਦਰੀ ਦੀ ਛੱਤ ਦੇ ਉੱਤੇ ਉਹਦੀਆਂ ਨਿਸ਼ਾਨੀਆਂ ਵਜੋਂ ਨਿੱਕੀਆਂ ਇੱਟਾਂ ਕੁਝ ਦਿਖਾਈ ਦਿੰਦੀਆਂ, ਕਿਉਂਕਿ ਦੁਕਾਨਾਂ ਵਾਲਿਆਂ ਨੇ ਨਾ ਉਸ 12 ਦਰੀ ਨੂੰ ਸਾਧ ਸੰਗਤ ਜੀ ਕਵਰ ਕਰ ਲਿਆ ਹੈ। ਤੇ ਕਿਉਂਕਿ ਦੇਸ਼ ਦੀ ਵੰਡ ਹੋਈ, ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ, ਉੱਥੇ ਸਿੱਖਾਂ ਦੀ ਇੰਨੀ ਗਿਣਤੀ ਨਹੀਂ ਹੈ। ਹੁਣ ਭਾਵੇਂ ਥੋੜਾ ਜਥੇ ਜਾਣ ਲੱਗ ਪਏ ਹੈ, ਪਰ ਕਦੇ ਸਾਧ ਸੰਗਤ ਜੀ ਤਕਰੀਬਨ 1995-96 ਤੋਂ ਪਹਿਲਾਂ ਬਹੁਤ ਘੱਟ ਹੀ ਸਤਿਗੁਰਾਂ ਜੀ ਦੇ 2 ਪੁਰਬਾਂ ਤੇ ਉਹ ਵੀ ਸ਼੍ਰੋਮਣੀ ਕਮੇਟੀ ਹੀ ਜਿਹੜਾ ਜਥਾ ਲੈ ਕਰਕੇ ਜਾਂਦੀ ਸੀ ਤੇ ਮੁੱਖ ਅਸਥਾਨਾਂ ਤੋਂ ਹੀ ਉਹ ਦਰਸ਼ਨ ਮੇਲੇ ਕਰਾ ਕੇ ਵਾਪਸ ਲੈ ਆਉਂਦੇ ਸੀਗੇ। ਐਸੇ ਅਜੇ ਵੀ ਬਹੁਤ ਸਾਰੇ ਪਾਕਿਸਤਾਨ ਦੇ ਅੰਦਰ ਮਹਾਨ ਅਸਥਾਨ ਨੇ ਜਿਨ੍ਹਾਂ ਦਾ ਬਹੁਤ ਵੱਡਾ ਇਤਿਹਾਸ ਹੈ। ਸਾਧ ਸੰਗਤ ਜੀ ਸੇਵਾ ਸੰਭਾਲ ਤੋਂ ਬਿਨਾਂ ਖੰਡਰਾਟ ਬਣ ਰਹੇ ਹੈ। ਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਅਸਥਾਨ ਹੈ, ਸ਼ਾਇਦ ਮੈਂ ਜ਼ਿਕਰ ਕੀਤਾ ਹੋਵੇ, ਬਾਬੇ ਕੀ ਬੇਰ ਅਸਥਾਨ ਹੈ, ਜਿੱਥੇ ਮਹਾਰਾਜ ਨੇ ਹਮਜਾ ਗੌਂਸ ਦਾ ਹੰਕਾਰ ਤੋੜਿਆ ਸੀਗਾ। ਸਾਧ ਸੰਗਤ ਜੀ ਉੱਥੇ 500 ਕਿੱਲਾ ਜ਼ਮੀਨ ਸੀਗੀ ਪੰਥ ਕੋਲ ਤੇ ਵੱਡਾ ਸਰੋਵਰ। ਤੇ ਉੱਥੇ ਇਤਿਹਾਸ ਜ਼ਿਕਰ ਕਰਦਾ ਹੈ ਕਿ ਤਕਰੀਬਨ 10,000 ਦੇ ਕਰੀਬ ਘੋੜਾ ਹੀ ਵੱਜਿਆ ਕਰਦਾ ਸੀ। ਐਡੀ ਵੱਡੀ ਪੰਥ ਦੀ ਜਿਹੜੀ ਸੀ ਨਾ ਗਿਣਤੀ ਵਿੱਚ ਉੱਥੇ ਸਿੰਘ ਰਹਿੰਦੇ ਸੀ, ਘੋੜਿਆਂ ਦੇ ਤਬੇਲੇ ਹੁੰਦੇ ਸੀਗੇ। ਤੇ ਭਾਈ ਦਿਆਲ ਸਿੰਘ ਸਾਹਿਬ ਜੀ ਉੱਥੇ ਸ਼ਹੀਦੀ ਮਿਸਲ ਦੇ ਮੁਖੀ ਹੋਏ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੇ
ਸ਼ਹੀਦ ਹੋਣ ਤੋਂ ਬਾਅਦ ਸ਼ਹੀਦੀ ਮਿਸਲ ਦੀ ਅਗਵਾਈ ਇਹਨਾਂ ਨੇ ਕੀਤੀ ਹੈ। ਤੇ ਸਾਧ ਸੰਗਤ ਜੀ, ਇਹ ਭਾਈ ਦਿਆਲ ਸਿੰਘ ਸਾਹਿਬ ਜੀ ਸਤਿਗੁਰੂ ਜੀ ਦੀ ਧੁਰ ਕੀ ਬਾਣੀ ਦੀ ਕਥਾ ਅੰਮ੍ਰਿਤ ਵੇਲੇ ਕਰਿਆ ਕਰਦੇ, ਦੁਪਹਿਰ ਨੂੰ ਸ੍ਰੀ ਦਸਮ ਗ੍ਰੰਥ ਦੀ ਕਥਾ ਕਰਿਆ ਕਰਦੇ, ਸ਼ਾਮ ਨੂੰ ਇਤਿਹਾਸ ਸਤਿਗੁਰਾਂ ਜੀ ਦਾ ਸੁਣਾਇਆ ਕਰਦੇ। ਇਹ ਪਾਵਨ ਅਸਥਾਨ ਜਦੋਂ ਅਸੀਂ ਦਰਸ਼ਨ ਕਰਨ ਵਾਸਤੇ ਗਏ ਤੇ ਉਹਨਾਂ ਨੇ ਦੱਸਿਆ ਕਿ ਬਾਬਾ ਜੀ ਇੱਥੇ ਮਸੀਤ ਬਣ ਚੁੱਕੀ ਸੀ, ਕਲਮੇ ਲਿਖੇ ਹੋਏ ਸਨ ਤੇ ਉਹਨਾਂ ਨੇ ਉੱਤੇ ਸਾਰਾ ਕੁਛ ਨਾ ਜਿਵੇਂ ਉਹ ਕੰਧਾਂ ਦੇ ਉੱਤੇ ਲੇਪਣ ਕਰ ਦਈਦਾ, ਐਵੇਂ ਉਹ ਲੇਪਨ ਕਰ ਛੱਡਿਆ ਸੀਗਾ ਕਿ ਪਤਾ ਨਾ ਲੱਗੇ ਕਿ ਗੁਰਦੁਆਰਾ ਸਾਹਿਬ ਹੈ। ਤੇ ਉਹਨਾਂ ਨੇ ਪਹਿਲਾਂ ਤਾਂ ਕਹਿੰਦੇ ਇੱਥੇ ਅੰਦਰ ਬਹੁਤ ਬੁਰਾ ਹੀ ਹਾਲਤ ਸੀਗਾ, ਕਿਉਂਕਿ ਜਿਹੋ ਜਿਹੇ ਉਹ ਸ਼ਬਦ ਉਹ ਕਹਿੰਦੇ ਸੀਗੇ ਉਹ ਸਾਧ ਸੰਗਤ ਜੀ ਬੜੇ ਹੀ ਸੁਣਨ ਵਾਸਤੇ ਕਠਿਨ ਹੈ ਕਿ ਇੰਨੀ ਬੇਅਦਬੀ ਹੁੰਦੀ ਸੀ ਇਸ ਅਸਥਾਨ ਦੀ। ਕਹਿੰਦੇ ਜਦੋਂ ਫਿਰ ਕੇਸ ਕਰਕੇ ਉਹਨਾਂ ਨੇ ਉਹ ਥਾਂ ਲਿਆ ਹੈ ਗੁਰਦੁਆਰਾ ਬਾਬੇ ਕੀ ਬੇਰ ਸਾਹਿਬ, ਤੇ ਥੋਮੀ 2 ਕਿੱਲੇ ਕੀ ਥਾਂ ਮਿਲਿਆ, ਆਲੇ ਦੁਆਲੇ ਰਿਹਾਇਸ਼ਾਂ ਬਣ ਚੁੱਕੀਆਂ ਨੇ। ਤੇ ਉਹਨਾਂ ਕਿਹਾ ਕਿ ਸਾਬਤ ਕਰੋ ਇਹ ਗੁਰਦੁਆਰਾ ਸਾਹਿਬ ਹੈ। ਤੇ ਉਹਨਾਂ ਨੂੰ ਪਤਾ ਸੀ, ਜਿਹੜੇ ਜਾਣਦੇ ਸੀ ਸਿੰਘ, ਕਹਿੰਦੇ ਭਾਈ ਇਹ ਕੰਧਾਂ ਨੂੰ ਅਸੀਂ ਜਦੋਂ ਧੋਤਾ ਨਾ ਤੇ ਫਿਰ ਕੰਧਾਂ ਦੇ ਵਿੱਚੋਂ ਸ਼ੇਰੇ ਪੰਜਾਬ ਜੀ ਦੇ ਵਕਤ ਸਿਰ ਉਹ ਸਥਾਨ ਬਣਿਆ ਸੀ ਤੇ 5 ਪਿਆਰਿਆਂ ਦੀਆਂ ਕਲਾਕ੍ਰਿਤਾਂ ਥੱਲੋਂ ਨਿਕਲੀਆਂ। ਗੁਰੂ 10ਵੇਂ ਪਾਤਸ਼ਾਹ ਜੀ ਪੰਥ ਦੀ ਸਿਰਜਣਾ ਕਰ ਰਹੇ ਆ, ਉਹ ਤਸਵੀਰ ਬਣੀ ਹੋਈ ਹੈ। ਫਿਰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਭਾਈ ਵਾਲਾ ਜੀ ਤੇ ਮਰਦਾਨਾ ਜੀ ਦੇ ਸਮੇਤ ਬਣੀ ਹੋਈ ਹੈ। ਇਹ ਕਲਾਕ੍ਰਿਤਾਂ ਜਿਹੜੀਆਂ ਸੀ ਨਾ ਨਕਾਸ਼ੀ ਦੇ ਸਹਿਤ ਜਿਹੜੀਆਂ ਹੋਈਆਂ, ਇਹ ਖਾਲਸਾ ਰਾਜ ਵਕਤ ਹੋਈਆਂ ਬਹੁਤ ਸਾਰੀਆਂ। ਤੇ ਉਹ ਕਹਿੰਦੇ ਦੱਸੋ ਬਈ ਇਹ ਹੁਣ ਨਿਸ਼ਾਨੀਆਂ ਤੇ ਕਈਆਂ ਥਾਵਾਂ ਤੇ ਸਿੱਖਾਂ ਦੇ ਜਿਹੜੇ ਸੀ ਸਾਧ ਸੰਗਤ ਜੀ ਮਾਇਆ ਦੇ ਭੇਟ ਕੀਤੇ ਹੋਏ ਪੱਥਰ ਲੱਗੇ ਹੋਏ ਸੀ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਹੋਇਆ ਸੀ। ਜਦੋਂ ਉਹ ਲਾਇਆ ਕੰਧਾਂ ਤੋਂ ਤੇ ਥੱਲੋਂ ਨਿਕਲ ਆਇਆ ਸਾਰਾ ਕੁਝ। ਵੇਖ ਕਰਕੇ ਫਿਰ ਉਹਨਾਂ ਨੂੰ ਮੰਨਣਾ ਪਿਆ, ਕਿਉਂਕਿ ਕਈ ਜਿਹੜੇ ਤਵਸਬੀ ਸਨ ਉਹ ਜਾਣ ਬੁੱਝ ਕੇ ਇਸ ਥਾਂ ਨੂੰ ਦਬਾਉਣਾ ਚਾਹੁੰਦੇ ਸੀ, ਪਰ ਕੁਝ ਥਾਂ ਜਿਹੜੀ ਆ ਹੁਣ ਉਹ ਸਿੱਖਾਂ ਨੇ ਲੈ ਲਈ ਹੈ, ਉੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ। ਜਦੋਂ ਉਸ ਅਸਥਾਨ ਦੇ ਦਰਸ਼ਨ ਕਰੋਗੇ ਨਾ ਤੇ ਤੁਸੀਂ ਹੈਰਾਨ ਹੋ ਜਾਓਗੇ, ਉਹ ਪੁਰਾਤਨਤਾ ਦਿਖ ਅਜੇ ਵੀ ਸਾਹਮਣੇ ਦਿਸਦੀ ਹੈ। ਬੇਰੀ ਵੀ ਮੌਜੂਦ ਹੈ, ਜਿਸ ਬੇਰੀ ਥੱਲੇ ਜਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆ ਕਰਕੇ ਬੈਠੇ ਸੀ। ਤੇ ਸਾਧ ਸੰਗਤ ਜੀ ਭਾਈ ਨੱਥਾ ਸਿੰਘ ਜੀ ਦਾ ਸਮਾਧਾ ਹੈ। ਉਹਨਾਂ ਨੂੰ ਸਿੰਘਾਂ ਨੇ ਵੀ, ਕਿਉਂਕਿ ਇਤਿਹਾਸ ਨਹੀਂ ਬਾਹਲਾ ਪੜ੍ਹਿਆ ਹੋਣ ਕਰਕੇ, ਮੈਂ ਪੁੱਛਿਆ ਜੀ ਇੱਥੇ ਭਾਈ ਨੱਥਾ ਸਿੰਘ ਜੀ ਉਹਨਾਂ ਦਾ ਸਮਾਧਾ ਵੀ ਹੈਗਾ? ਕਹਿੰਦੇ ਬਾਬਾ ਜੀ ਉਹ ਸਾਹਮਣੇ ਹੈਗਾ, ਪਰ ਸਾਨੂੰ ਨਹੀਂ ਸੀ ਪਤਾ ਕਿ ਭਾਈ ਨੱਥਾ ਸਿੰਘ ਜੀ ਦਾ ਸਮਾਧਾ ਹੈ। ਇਹ ਭਾਈ ਦਿਆਲ ਸਿੰਘ ਸਾਹਿਬ ਜੀ ਦੇ ਛੋਟੇ ਭਰਾ ਹੋਏ ਆ, ਉਹ ਵੀ ਬ੍ਰਹਮ ਗਿਆਨੀ ਸੀਗੇ। ਉਹਨਾਂ ਨੇ ਵੀ ਬਹੁਤ ਲੰਮਾ ਸਮਾਂ ਬਾਬੇ ਕੀ ਬੇਰ ਅਸਥਾਨ ਤੇ ਸੇਵਾ ਕੀਤੀ। ਸਾਧ ਸੰਗਤ ਜੀ ਇਉਂ ਜੇ ਸਰੋਵਰ ਦੀ ਬਾਤ ਦੱਸਾਂ ਤੇ ਬਹੁਤ ਸੁਣ ਕੇ ਵੀ ਤੁਹਾਨੂੰ ਦੁੱਖ ਲੱਗੇਗਾ। ਸਰੋਵਰ ਦੇ ਤੁਸੀਂ ਪਹੁੰਚ ਹੀ ਨਹੀਂ ਸਕਦੇ ਸਰੋਵਰ ਤੱਕ, ਕਿਉਂਕਿ ਆਲੇ ਦੁਆਲੇ ਮਕਾਨ ਰਿਹਾਇਸ਼ਾਂ ਬਣ ਚੁੱਕੀਆਂ, ਅਨੁਮਾਨ ਹੀ ਨਹੀਂ ਲੱਗਦਾ ਕਿ ਸਰੋਵਰ ਕਿੱਥੇ ਹੈ। ਤੇ ਬੜੇ ਯਤਨ ਦੇ ਨਾਲ ਕੋਈ ਮੁਸਲਮਾਨ ਜਿਹੜਾ ਸੀ ਉਹਨੂੰ ਸ਼ਾਇਦ ਦਇਆ ਪੈ ਗਈ। ਅਸੀਂ ਕੰਧ ਦੇ ਉੱਤੋਂ ਬੱਚੇ ਜਿਹੜੇ ਸੀ ਵੇਖ ਰਹੇ ਸੀ, ਕਿਉਂਕਿ ਉਹਨਾਂ ਨੇ ਦੱਸਤਾ ਕਿ ਇਹਦੇ ਪਿੱਛੇ ਸਰੋਵਰ ਹੈ ਇਸ ਰਿਹਾਸ ਦੇ। ਉੱਥੇ ਉਹਨੇ ਆਪਣੀਆਂ ਮੱਝਾਂ ਗਊਆਂ ਬੰਨੀਆਂ ਹੋਈਆਂ ਸੀ ਤੇ ਵਿੱਚ ਦੀ ਸਾਨੂੰ ਫਿਰ ਲੈ ਗਿਆ ਪਿਛਲੇ ਪਾਸੇ। ਜਦੋਂ ਵੇਖਿਆ ਬਹੁਤ ਵੱਡਾ ਸਰੋਵਰ, ਤੇ ਸਾਰੇ ਸਰੋਵਰ ਵਿੱਚ ਸਾਧ ਸੰਗਤ ਜੀ ਬੂਟੀ ਬੂਟੀ ਪਈ ਹੋਈ ਹੈ, ਤੇ ਮੱਝਾਂ ਗਾਵਾਂ ਦਾ ਗੋਹਾ ਤੇ ਪਿਸ਼ਾਬ ਜਿਹੜਾ ਉਧਰ ਨੂੰ ਰੁੜ ਰੁੜ ਕੇ ਆਉਂਦਾ ਹੈ। ਜਿੱਥੇ ਚਰਨਾਮ੍ਰਿਤ ਲਈਦਾ ਸੀ ਉਹ ਵੀ ਸਾਧ ਸੰਗਤ ਜੀ ਬਿਲਕੁਲ ਪੌੜ ਬਣੇ ਹੋਏ ਹੈ। ਐਨ ਐਡਾ ਵੱਡਾ ਸਰੋਵਰ, ਬਿਲਕੁਲ ਪ੍ਰਤੱਖ ਰੂਪ ਵਿੱਚ ਦਰਸ਼ਨ ਹੁੰਦੇ ਹੈ। ਪਰ ਇਹੋ ਜੀ ਹੋ ਰਹੀ ਬੇਅਦਬੀ ਤੇ ਸੱਚੇ ਪਾਤਸ਼ਾਹ ਜੀ ਦੇ ਉਹ ਪਾਵਨ ਅਸਥਾਨ ਜਿਨ੍ਹਾਂ ਦੀ ਸੇਵਾ ਸੰਭਾਲ ਦੀ ਬਹੁਤ ਜ਼ਿਆਦਾ ਲੋੜ ਹੈ। ਤੇ ਪਾਕਿਸਤਾਨ ਗੌਰਮੈਂਟ ਨੇ ਹੁਣ ਇਹ ਕਹਿ ਦਿੱਤਾ ਹੈ ਕਿ ਜਿਹੜੇ ਅਸਥਾਨ ਨੇ ਸਰਕਾਰ ਮਦਦ ਕਰੇਗੀ ਜਿੰਨੀ ਹੋ ਸਕਦੀ ਹੈ, ਤੇ ਸਿੱਖਾਂ ਨੂੰ ਹੁਣ ਆਪਣੇ ਵੱਲੋਂ ਜ਼ਰੂਰ ਪੁਰਜ਼ੋਰ ਜਿਹੜਾ ਹੈ ਉਹ ਯਤਨ ਕਰਨਾ ਚਾਹੀਦਾ ਹੈ ਕਿ ਆਪਣੇ ਇਹਨਾਂ ਅਸਥਾਨਾਂ ਦੀ ਆਪਾਂ ਸੰਭਾਲ ਕਰ ਸਕੀਏ। ਗੁਰੂ ਅਰਜਨ ਸਾਹਿਬ ਜੀ ਦੀ ਉਹ ਪਵਿੱਤਰ ਯਾਦਗਾਰ ਜਿੱਥੇ ਸਤਿਗੁਰਾਂ ਜੀ ਨੇ ਬੜੀ ਬੇਬਲਤਾ ਨਾਲ ਇਹ ਪੱਤਰ ਜਿਹੜੇ ਲਿਖੇ ਸੀ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ। ਇਹ ਸਾਧ ਸੰਗਤ ਜੀ ਜਿਹੜਾ ਉਹ ਅਸਥਾਨ ਹੈ ਨਾ, ਉਹ ਕੇਵਲ ਚਿੰਨ੍ਹ ਮਾਤਰ ਹੀ ਹੁਣ ਦਿਖਾਈ ਦਿੰਦਾ ਹੈ। ਫਿਰ ਸਤਿਗੁਰਾਂ ਜੀ ਨੇ ਆਪਦੇ ਪਿਆਰ ਦੀ ਬੇਬਲਤਾ ਨੂੰ ਵੇਖ ਕੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪ ਨੂੰ ਗੁਰਿਆਈ ਤਖਤ ਸਾਧ ਸੰਗਤ ਜੀ ਬਖਸ਼ਿਸ਼ ਕੀਤਾ ਸੀਗਾ।
तो मैं संखेप रूप में बेनती कर रहा, क्योंकि महाराज जी का जो शहीदी पुरब आउंदा है ना, तो सतगुरां दे शहीदी पुरब ते फिर महाराज जी का जीवन विस्तार नाल सुनाया जाता है। सच्चे पातशाह जी महाराज गुरियाई तखत ते महाराज जी ने बैठ करके गुरु नानक साहब जी दे धर्म दा, सच्चे पातशाह ने सिक्खी दा बहुत उत्तम ढंग नाल महाराज जी प्रचार किया। हजूर ने दसवां दसवंध जिहड़ा सी सिखां नूं पूर्ण तौर ते पक्के तौर ते मर्यादा बन्नी कढ़ण वास्ते श्री हरमंदर साहिब दा नींह पत्थर सतगुरां जी ने रखना, श्री गुरु ग्रंथ साहिब सच्चे पातशाह जी दी पाणी पावन बाणी दा संग्रह करना, श्री हरमंदर साहिब जी दे अंदर गुरु ग्रंथ साहिब जी महाराज दा प्रकाश कराउणा, ब्रह्म ज्ञानी बाबा बुढ़ा साहिब जी नूं पहले ग्रंथी थापना सच्चे पातशाह जी महाराज जी ने। ये सतगुरां जी दे वड्डे कीते परोपकार ने। माओ साहिब दे नगर विच सतगुरां जी दा श्री माता गंगा जी दे नाल आनंद कारज होया। नगर वालियां ने जे कोई चलाकी कीती तां महाराज जी ने साध संगत जी बरछे नाल समेत जड़ां दे तूत पुट दिता सीगा ते सतगुरां जी तो माफी जाचना कीती सी। महाराज कहंदे भाई नगर हुण इत्थे ते ना बसू लागे बस जाएगा। इहो जे सतगुरां जी ने बचन कहे। महाराज जी ने जिथे अमृतसर साहिब जी का सुंदर साध संगत जी नगर पिता सतगुरां जी का जिहड़ा नींह पत्थर रखिया होया उसनूं वसाया। महाराज जी ने श्री हरमंदर साहिब जी की पावन इमारत नूं संपूर्ण किया, ताल नूं पक्का कराया। संतोखसर साहिब सतगुरां जी ने अस्थान जिहड़ा सी कायम किया, रामसर साहिब अस्थान कायम किया, तरन ताਰਨ साहिब सतगुरां नगर वसाया। उत्थे कोड़ियां दी महाराज दुखियां दी संभाल सच्चे पातशाह जी करिया करदे। करतारपुर साहिब नगर जलंधर दे नज़दीक सतगुरां जी ने वसाउणा कीता। गरीब नवाज सच्चे पातशाह जी ने किड्डे क वड्डे परोपकार कीते गिणे नहीं जा सकते। छियाटा साहिब सतगुरां जी ने नगर वसाया। गुरु की वडाली सतगुरां दी पवित्र यादगार। सच्चे पातशाह जी दे जिथे जिथे चरण पाए उथे उथे हजूर ने वरदान दिते हुए है। अज भी साध संगत जी महाराज जी दे उन्हां वरदानां करके पुरानी मातर नूं सुख मिल रहा है, दुध मिलता है, पुत्तां दीआं दातां मिलदियां ने। बेअंत जीवन मुक्त गुरसिख सतगुरु गुरु अर्जन साहिब जी महाराज पैदा कीते। सच्चे पातशाह भाई बुद्धू वर्गियां दा जिहड़ा सी कच्चा ही आवा महाराज जी ने पक्कियां दे भाव वकाता। भाई लखू दे बचन सत करन वास्ते सतगुरां जी ने अपने बचन फेर ले भावें, पर अपने सिख दा बचन सच्चे पातशाह जी महाराज ने पूरा किया। इहो जे दीन दयाल गुरु अर्जन देव सच्चे पातशाह जी महाराज जदों फिर साध संगत जी वक्त आया श्री गुरु ग्रंथ साहिब सच्चे पातशाह जी की पवित्र बाणी नूं अखंड रखण वास्ते अते साध संगत जी सिख संगतां दे बचन नूं सच्चे पातशाह जी महाराज ने पूरा करदियां होयां गुरमत दे असूलां नूं सदा वास्ते स्थिर करदियां होयां हजूर ने लाहौर दे अंदर साध संगत जी तत्ती तवी ते चौंकड़ा ला करके यासा दियां सजावां सतगुरां जी ने सहारदियां होयां। भाई कथा सुनदियां अपने फोन नाल ना लगे रहा करो, वो भी तुसी सामने अंदर बह के जे फोन ही वेखना तो बाहर जाके वेखो, सामने नहीं कथा विच बह के तुसी इहो जिहा कारज करो। सो बेनती है, क्योंकि फिर जे सामने बह करके आपां इस तरह करांगे तो तुहाडे भी रस विच फर्क पवेगा, कथा दे करन वाले दे रस विच भी फर्क पवेगा। तो बेनती है आप सियाणे हो, समझदार हो। सच्चे पातशाह जी महाराज जी ने जिहड़ा साध संगत जी महाराज दा पावन स्थान है गुरुद्वारा देहरा साहिब, ये शाही किले दे बिल्कुल नज़दीक है। सच्चे पातशाह जी दा पावन स्थान। गरीब नवाज सच्चे पातशाह जी महाराज इत्थे रावी दरिया उदों इत्थे वगदा हुंदा सीगा ते जिथे महाराज जी नूं यासा दीयां सजावां दित्तियां गईयां चंदू दी हवेली, वो साध संगत जी लाहौर दे अंदर मौजूद है, पर उत्थे स्थान नहीं इस तरह कोई कायम किया जा सकिया। सच्चे पातशाह जी महाराज जिथे हजूर जदों इतिहास आपने सुनिया, मैं टूक मातरी बेनती करा क्योंकि स्थान दे मैं दर्शन करके आया। सच्चे पातशाह जी दे उस पावन स्थान दे जो बाबा जगतार सिंह जी अकार सेवा वाले महापुरख वो सेवा करवा रहे है, क्योंकि छोटा स्थान सीगा पहला ते हुण संगतां वास्ते सोहना लंगर दा प्रबंध भी है। जदों तुसीं उत्थे जाओ तुहानूं लंगर भी तैयार मिलेगा ते जिहड़ा वक्फ बोर्ड बनिया होया उन्हां ने भी चंगा प्रबंध कीता है। तो साध संगत जी बड़ा विस्तार है, पर मैं चलो आ गुरुद्वारे साहिब दी बाबत बेनती करां। ये जिहड़ा
जे तुसी दिल्ली का भी लाल किला वेखो ना तो वो भी उहदे दुआलियों जमुना घुम के जमुना का पानी जिहड़ा सी ना वो क्योंकि किलियां नूं बनाया ही इस तरह जांदा सीगा नदियां दे कंढियां दे उत्ते कि नदी तो लंघ के दुश्मन नूं मार करनी बहुत औखी हुंदी सी। ते नदी का पानी जिहड़ा ना जे तुसी कोई किला पुराना वेखिया होवेगा तो जरूर जानते होवोगे उहदे दुआले बहुत वड्डी खाई हुंदी है। किलियां दे दुआले पुरातन जिहड़े किले है वो खाइयां अजकल तां खाली ने पर उन्हां खाइयां विच साध संगत जी नदियां दा पानी बन के फिर नदियां विच सिटिया हुंदा सीगा। इउं जे इंग्लैंड दे भी किले वेखो ना तो उन्हां किलियां विच भी उन्हां ने समुंदर दा पानी घुमा के फिर समुंदर च सिटिया होया है। इस तरह उन्हां दे पुराने किले हैगे। ते इवें ही ये जिहड़ा लाहौर दा किला है ना ये रावी दरिया दे कंढे ते बनिया होया किला। ते आपां सुणदे हां कि बाबा बिधि चंद जी ने जदों घोड़ा टपाया सी सीधा दरियाए रावी विच सिटिया सी घोड़ा फिर क्योंकि वो कंढे ते होऊगा कंध बिल्कुल ते तां ही छाल भरी ते फिर घोड़ा दरिया विच जा वड़िया। ये हुण तां दरिया रावी दूर वा हुण नहीं उत्थे वगदा। ये किले दे दुआले खाई भी है सब कुछ ही है 12 दरी भी है। कदे शेरे पंजाब जी जिथे बैठ के कौम नूं संबोधन होया करदे सीगे जिहड़ी शाही मस्जिद है ना ते वो शाही किले ते शाही मस्जिद दे विचकार वो 12 दरी है जिथे शेरे पंजाब जी ने अंतिम उपदेश भी दिता है। ते नाल ही जिहड़ा रोशनाई दरवाजा है उहदे बाहर नूं साध संगत जी जिहड़ा है वो शेरे पंजाब जी दा समाधा बनिया होया ते नाल ही महाराज जी दा पावन स्थान गुरुद्वारा देहरा साहब है। ये रावी दा ही कंढा सी। जदों महाराज आके इत्थे इशनान कीता इशनान करके हजूर ने जपजी साहब दा पाठ कीता वो भोरा साहब थल्ले बनाया होया जिथे महाराज ने वो सिख भावना नाल दसदे कि इत्थे महाराज डुबकी लाई सी सच्चे पातशाह ने। ते जिथे बाहर अस्थान उत्ते बनिया होया कहंदे है कि सतगुरां जी ने इत्थे बैठ के जपजी साहब दा पाठ कीता सी ते 5 सिखां नूं महाराज संबोधन हो करके गरीब नवाज ने आख्या सी कि साडे साहबजादे नूं हुण गुरियाई दी रस्म कर देनी अते आखना कि हुण तख्त ते शस्त्र धारण करके बैठण। ये सतगुरां जी ने आग्या करके ते महाराज आप दा जिहड़ा सी शरीर सतगुरां जी ने ब्रह्मलीन कीता सी महाराज जी ने। ते सतगुरां जी दे पावन शरीर दा लाहौर दे सिखां ने उत्थे अंतिम संस्कार कीता। महिमा प्रकाश ने जिक्र किया कि सतगुरु जी दे पावन शरीर दा रावी दरिया विच जल प्रवाह किया गया। रहो विचार पर बहुतात संप्रदाय महापुरख भी यही मानते कि महाराज जी दे पावन शरीर दा अंतिम संस्कार होया। धन गुरु अर्जन देव सच्चे पातशाह जी महाराज अज हजूर दा अवतार गुरपुरब है। सतगुरां जी दा जीवन सानू ये सिखाउंदा है कि गुरसिखो एक चंगे लक्ष्य नूं सामने रख के जिउणा चाहिदा। जिंदगी एक वगदा होया दरिया है। जिंदगी जिहड़ी है वो महाराज जी दी पावन बाणी कहंदी है कि बहती जात कदे दृष्ट ना धारत। जिंदगी वहिंदी जांदी है जीव तेरी दृष्टि नहीं इहदे ते पैंदी। सतगुरु जी का जीवन सानू दसदा है कि किसी चंगे लक्ष्य वास्ते जिउणा चाहिदा है। किसी मंजिल की प्राप्ति वास्ते जीव नूं जिउणा चाहिदा है। नहीं तो जीवन तो लंघदा ही जा रहा है। समा नहीं फिर साध संगत जी जिहड़ा हाथ आउंदा लंघिया होया। इस करके महाराज कहंदे जिहड़ा तेरे कोल हुण समय उस नूं सफला कर वाहिगुरू दी बंदगी अंदर ते चंगे लक्ष्य नूं अपने सामने रख करके जी। जिन्हां ने सोहणे चंगे लक्ष्य नूं सामने रख करके अपना जीवन जीविया ना उन्हां दीयां गाथावां संसार दे अंदर साध संगत जी सदा लई अमर ते अटल हो जांदियां। सच्चे पातशाह जी महाराज कृपा करन आप दी सिੱਖੀ सानू बख्शिश करन। हजूर दे अवतार गुरपुरब दीयां आप संगतां नूं सवास सवास वधाइयां होण। आओ महाराज जी दे पावन पवित्र उपदेश दी जो लड़ीवार कथा है प्यार शरदा नाल सरवण करिए। सो जो मर्यादा दा प्रकरण है सतगुरु जी नूं पाया तो 1-2 दिन दे विच साध संगत जी वो भी आपां संपूर्ण करांगे संखेप रूप च क्योंकि ज़्यादा विस्तार नहीं किया जाना। लड़ीवार कथा दी मर्यादा सच्चे पातशाह जी महाराज दे पावन अस्थान ते ये कथा लड़ीवार चलदी है। तो पहलां तां साध संगत जी जिहड़ा सीगा वो अस्थानां ते साल बाद ही भोग पै जांदा सीगा पर हुण जिहड़ा है साल तक तां भोग पैना बड़ा ही दुस्तर है। ते पर फिर भी
4-5 ਸਾਲ ਤੱਕ ਸੰਪੂਰਨਤਾ ਹੋ ਸਕਦੀ ਹੈ। ਪਰ ਸਾਧ ਸੰਗਤ ਜੀ ਕੀ ਹੈ ਕਿ ਜਦੋਂ ਆਪਾਂ ਇੱਕ ਇੱਕ ਸ਼ਬਦ ਕਰੀਏ ਫਿਰ ਤਾਂ ਬਹੁਤ ਔਖਾ ਹੁੰਦਾ ਹੈ। ਪਰ ਕੀ ਹੈ, ਅਧਿਕਾਰੀ ਵੀ ਹੋਣਾ ਚਾਹੀਦਾ ਨਾ। ਜੇ ਆਪਾਂ ਇਕੱਲੇ ਅਰਥ ਹੀ ਕਰੀ ਜਾਈਏ ਨਾ ਤੇ ਸਰੋਤੇ ਕਹਿਣਾ ਕਿ ਬਾਬੇ ਕੀ ਲੱਗੇ, ਕੁਛ ਸੁਣਾਉਂਦੇ ਤੇ ਹੈ ਨਹੀਂ, ਦੱਸਦੇ ਤਾਂ ਹੈ ਨਹੀਂ। ਪਰ ਜਿਹੜਾ ਉੱਤਮ ਅਧਿਕਾਰੀ ਹੁੰਦਾ ਉਹਨੂੰ ਸ਼ਬਦਾਂ ਦਾ ਸਿੱਧਾ ਹੀ ਅਰਥ ਜਿਹੜਾ ਨਾ ਉਹ ਇੰਨਾ ਜੁੜ ਜਾਂਦਾ ਹੈ ਕਿ ਉਹ ਫਿਰ ਨਿਰੋਲ ਗੁਰਬਾਣੀ ਦੀ ਕਥਾ ਹੀ ਉਹਨੂੰ ਇੱਧਰ ਉੱਧਰ ਦੀਆਂ ਗੱਲਾਂ ਕਰੀਏ ਤੇ ਚੰਗਾ ਨਹੀਂ ਲੱਗਦਾ। ਤੇ ਜਿਹੜੀ ਸੰਪਰਦਾਈ ਮਰਿਆਦਾ ਹੈ ਨਾ ਉਹ ਹੈ ਵੀ ਇਹ ਕਿ ਸ਼ਬਦ ਦੇ ਅਰਥ ਹੋਣੇ ਚਾਹੀਦੇ ਹੈ। ਟੁਕਦੀ ਕੋਈ ਜ਼ਰੂਰੀ ਹੁੰਦੀ ਹੈ ਤਾਂ ਉਹ ਸਾਖੀ ਵੀ ਟੂਕ ਮਾਤਰ ਹੀ ਪ੍ਰਮਾਣ ਦੇ ਕੇ ਦ੍ਰਿਸ਼ਟਾਂਤ ਦੱਸ ਕਰਕੇ ਤੇ ਅੱਗੇ ਤੋਂ ਅੱਗੇ ਕਥਾ ਜਿਹੜੀ ਹੈ ਸ਼ਬਦ ਦੀ ਹੋਣੀ ਚਾਹੀਦੀ ਹੈ। ਤੋ ਅਸ਼ਟਪਦੀਆਂ ਦੇ ਸ਼ਬਦ ਹਨ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਵੇਂ ਬਖਸ਼ਿਸ਼ ਕਰਦੇ ਹੈ ਤੋ ਪਿਆਰ ਨਾਲ ਸਰਵਣ ਕਰੀਏ। ਭਾਵੇਂ ਇੱਕ ਪੌੜੀ ਦੀ ਕਥਾ ਕੱਲ ਹੋਈ ਸੀ, ਆਰੰਭ ਤੋਂ ਹੀ ਆਪਾਂ ਸੋ ਸਰਵਣ ਕਰੀਏ। ਮਹਾਰਾਜ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਮਾਝ ਮਹੱਲਾ ਪੰਜਵਾਂ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਾਝ ਰਾਗ ਵਿੱਚ ਹਜੂਰ ਆਪਣੇ ਸ਼੍ਰੀ ਕੰਠ ਤੋਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪ੍ਰਭ ਅਬਨਾਸੇ ਤਾਂ ਕਿਆ ਕਾੜਾ। ਹਜੂਰ ਕਹਿੰਦੇ ਭਾਈ ਸੇਵਕ ਨੂੰ ਆਪਣੇ ਪ੍ਰਭੂ ਦਾ ਆਸਰਾ ਹੈ ਤੇ ਜਦੋਂ ਪ੍ਰਭੂ ਅਬਨਾਸੀ ਹੈ, ਨਾਸ਼ ਤੋਂ ਰਹਿਤ ਹੈ, ਸਦਾ ਹੀ ਰਹਿਣ ਵਾਲਾ ਹੈ ਤੇ ਸੇਵਕ ਨੂੰ ਇਹ ਨਿਸ਼ਚੈ ਹੈ ਕਿ ਮੇਰਾ ਮਾਲਕ ਸਦਾ ਏ, ਉਸ ਨੂੰ ਫਿਰ ਕਦੇ ਕਾੜਾ ਚੋਰਾ ਨਹੀਂ ਹੁੰਦਾ, ਕਦੇ ਵੀ ਸੋਗ ਨਹੀਂ ਹੁੰਦਾ, ਗਮ ਨਹੀਂ ਹੁੰਦਾ ਕਿ ਮੇਰਾ ਮਾਲਕ ਮੇਰੇ ਸਿਰ ਤੇ ਸਦਾ ਹੀ ਬੈਠਾ ਹੈ। ਸਰੀਰ ਜੰਮਦੇ ਐ, ਮਰ ਜਾਂਦੇ ਐ, ਪਰ ਵਾਹਿਗੁਰੂ ਜੀ ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਤੂੰ ਸਦਾ ਰਹਿਣ ਵਾਲਾ ਹੈ, ਇਸ ਕਰਕੇ ਤੇਰੇ ਸੇਵਕਾਂ ਨੂੰ ਕਦੇ ਕਾੜਾ ਨਹੀਂ ਹੁੰਦਾ, ਝੋਰਾ ਨਹੀਂ ਹੁੰਦਾ। ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ। ਹਰੀ ਜੋ ਭਗਵੰਤ ਸਤਿਗੁਰੂ ਜੀ ਕਹਿੰਦੇ ਸਾਰੇ ਹੀ ਦੁੱਖਾਂ ਦਾ ਨਾਸ਼ਕ ਵੈ, ਸਾਰੇ ਹੀ ਸੁੱਖਾਂ ਦਾ ਘਰ ਵੈ। ਜਿਸ ਭਗਤ ਨੂੰ, ਜਿਸ ਗੁਰਸਿੱਖ ਨੂੰ, ਜਿਸ ਜਨ ਪਿਆਰੇ ਨੂੰ ਇਹ ਪਤਾ ਲੱਗ ਗਿਆ ਨਾ ਤਾਂ ਸਾਧ ਸੰਗਤ ਜੀ ਉਹ ਖਰਾ ਅਤਿਅੰਤ ਹੀ ਸੁੱਖਾਂ ਦਾ ਆਲਾ ਘਰ ਹੀ ਬਣ ਜਾਂਦਾ ਹੈ। ਉਹਨੂੰ ਪਤਾ ਹੈ ਕਿ ਸਾਰੇ ਸੁੱਖ ਤਾਂ ਮੇਰੇ ਸਤਿਗੁਰੂ ਜੀ ਦੇ ਕੋਲ ਹੈ, ਸਾਰੇ ਸੁੱਖ ਤਾਂ ਵਾਹਿਗੁਰੂ ਦੇ ਪਾਸ ਹਨ। ਇਸ ਕਰਕੇ ਉਹਨੂੰ ਕਿਸੇ ਹੋਰ ਵੱਲ ਝਾਕਣ ਦੀ ਲੋੜ ਨਹੀਂ ਪੈਂਦੀ। ਉਹ ਸਾਰੇ ਹੀ ਸੁੱਖਾਂ ਦਾ ਘਰ ਬਣ ਜਾਂਦੇ ਐ ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਵਾਹਿਗੁਰੂ ਆਪ ਹੀ ਸੁੱਖਾਂ ਦੀ ਖਾਣ ਵੈ, ਵਾਹਿਗੁਰੂ ਹੀ ਦੁੱਖਾਂ ਦਾ ਨਾਸ਼ਕ ਵੈ। ਜੇ ਪ੍ਰਾਨ ਮਾਨ ਸੁਖ ਦਾਤਾ। ਉਹ ਕੈਸਾ ਦਾਤਾ ਹੈ, ਜੀਆਂ ਨੂੰ ਪ੍ਰਾਣਾਂ ਦਾ ਦਾਨ ਦੇਣ ਵਾਲਾ ਹੈ। ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਮਾਨ ਸਤਕਾਰ ਦਿੰਦਾ ਹੈ ਸੰਸਾਰ ਦੇ ਅੰਦਰ। ਕਿੱਡੀ ਵਡਿਆਈ ਵਾਹਿਗੁਰੂ ਜੀ ਜੀਆਂ ਨੂੰ ਬਖਸ਼ਿਸ਼ ਕਰਦੇ ਐ। ਜੇ ਚਾਹਣ ਨਾ ਤਾਂ ਭਗਤ ਜੀ ਕਹਿੰਦੇ ਆ ਨੀਚੋਂ ਊਚ ਕਰਹਿ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਜੇ ਚਾਹੇ ਨਾ ਪਰਮੇਸ਼ਰ ਤੇ ਸਾਧ ਸੰਗਤ ਜੀ ਕਿਣਕੇ ਨੂੰ ਪਹਾੜ ਬਣਾ ਸਕਦਾ ਹੈ। ਵਾਹਿਗੁਰੂ ਦੇ ਹੱਥ ਵੈ। ਕਿੱਥੋਂ ਗਰੀਬ ਨੂੰ ਚੱਕ ਕਰਕੇ, ਭਾਵੇਂ ਕਿ ਸੰਸਾਰੀ ਲੋਕ ਤਾਂ ਮਾਇਆ ਤੋਂ ਹੀ ਬੜੀ ਵਡਿਆਈ ਮੰਨਦੇ ਐ ਕਿ ਮਾਇਆ ਨਾਲ ਹੀ ਸਤਕਾਰ ਹੁੰਦਾ ਹੈ, ਪਰ ਨਹੀਂ, ਮਹਾਰਾਜ ਆਪਣੇ ਪਿਆਰੇ ਦੇ ਕੋਲੋਂ ਇਹ ਤਾਂ ਸ਼ਕਤੀਆਂ ਸਾਧ ਸੰਗਤ ਜੀ ਬਹੁਤ ਤੁੱਛ ਸਮਝਦੇ ਆ। ਰੱਬ ਦੇ ਪਿਆਰੇ ਬਹੁਤ ਛੋਟੀਆਂ ਸਮਝਦੇ ਆ। ਰਿੱਧੀਆਂ ਸਿੱਧੀਆਂ ਨਿਧੀਆਂ ਤਾਂ ਉਹਨਾਂ ਦੇ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ। ਸੱਚੇ ਪਾਤਸ਼ਾਹ ਉਹਨਾਂ ਨੂੰ ਏਡਾ ਵੱਡਾ ਮਾਣ ਸਤਿਕਾਰ ਦੇ ਦਿੰਦੇ ਆ ਕਿ ਚਾਹੇ ਭਗਤ ਰਵਿਦਾਸ ਜੀ ਜੁੱਤੀਆਂ ਹੀ ਗੰਢਦੇ ਸੀਗੇ, ਪਰ ਚਿਤੌੜਗੜ੍ਹ ਵਾਲਾ ਰਾਜਾ ਨਾ ਲੈਣ 'ਚ ਲੱਗ ਕੇ ਦਰਸ਼ਨ ਕਰਦਾ ਹੁੰਦਾ ਸੀ ਭਗਤ ਰਵਿਦਾਸ ਜੀ ਦੇ, ਹੱਥ ਜੋੜ ਕੇ ਅੱਗੇ ਖਲੋਂਦਾ ਹੁੰਦਾ ਸੀ ਭਗਤ ਰਵਿਦਾਸ ਜੀ ਦੇ। ਇਹੋ ਜਿਹਾ ਮਹਾਰਾਜ ਆਪ ਮਾਣ ਦਿੰਦੇ ਹੋ ਆਪਣੇ ਸੇਵਕ ਨੂੰ, ਤੇ ਮਹਾਰਾਜ ਆਪ ਬ੍ਰਹਮਾ ਆਨੰਦ ਦੇ ਸੁਖ ਨੂੰ ਦੇਣ ਵਾਲੇ ਦਾਤੇ ਹੋ। ਤੂੰ ਕਰਹਿ ਸੋਏ ਸੁਖ ਪਾਵਣਿਆ। ਮਹਾਰਾਜ ਤੇਰੇ ਭਗਤ ਤੇਰੀ ਰਜਾ ਵਿੱਚ ਰਹਿੰਦੇ ਐ, ਜੋ ਤੁਸੀਂ ਕਰਦੇ ਉਹਦੇ ਵਿੱਚ ਹੀ ਉਹ ਸੁਖ ਪਾਵਣਿਆ, ਸੁਖ ਪਾਉਣਾ ਕਰਦੇ ਐ, ਭਾਣੇ ਵਿੱਚ ਪ੍ਰਸੰਨ ਰਹਿੰਦੇ ਐ।
ਤੁਹਾਡੀ ਆਗਿਆ ਵਿੱਚ ਸੁਖ ਪਾਉਂਦੇ ਹਨ। ਹਾਂ ਵਾਰੇ ਜਿਉ ਵਾਰੇ। ਸਤਿਗੁਰੂ ਜੀ ਉਸੇ ਹੀ ਚਾਲ ਨਾਲ ਹਜੂਰ ਸ਼ਬਦ ਉਚਾਰਦੇ ਹੈ ਕਿ ਹੇ ਵਾਹਿਗੁਰੂ, ਅਸੀਂ ਆਪਣਾ ਸਰੀਰ ਵਾਰ ਦਈਏ, ਆਪਣਾ ਜੀਉ ਮਨ ਜਿਹੜਾ ਹੈ ਉਹਨਾਂ ਤੋਂ ਵਾਰ ਦਈਏ। ਗੁਰਮੁਖ ਮਨ ਤਨ ਭਾਵਣਿਆ। ਜਿਨ੍ਹਾਂ ਗੁਰਮੁਖਾਂ ਦੇ ਮਨ ਅੰਦਰ ਅਤੇ ਤਨ ਸਰੀਰ ਦੇ ਅੰਦਰ ਵੀ ਵਾਹਿਗੁਰੂ ਦਾ ਨਾਮ ਭਾ ਗਿਆ ਹੈ, ਅਥਵਾ ਜਿਹੜੇ ਇੰਨੀ ਸ਼ਰਧਾ ਇੰਨੀ ਪ੍ਰੀਤ ਆਪਣੇ ਮਨ ਦੇ ਅੰਦਰ ਕਰਦੇ ਹੈ ਕਿ ਉਹਨਾਂ ਦੀ ਸ਼ਰਧਾ ਅੰਦਰ ਜਿਹੜੀ ਮਨ ਦੇ ਵਿੱਚ ਵਸੀ ਹੈ ਨਾ, ਮਨ ਦੇ ਅੰਦਰ ਵਾਹਿਗੁਰੂ ਦਾ ਇੰਨਾ ਪਿਆਰ ਹੈ, ਉਹਨਾਂ ਦਾ ਮਨ ਵੀ ਵਾਹਿਗੁਰੂ ਨੂੰ ਭਾ ਗਿਆ ਹੈ। ਮਹਾਰਾਜ ਅੰਦਰ ਨੂੰ ਵੇਖ ਸਕਦੇ ਆ ਨਾ, ਬਾਹਰ ਤਾਂ ਸਾਨੂੰ ਸਰੀਰ ਦਿਸਦਾ ਪਰ ਨਿਰੰਕਾਰ ਅੰਦਰ ਵੇਖਦੇ ਆ। ਇਸ ਕਰਕੇ ਮਹਾਰਾਜ ਨੂੰ ਉਹਨਾਂ ਦੇ ਅੰਦਰ ਦੀ ਸੱਚੀ ਪ੍ਰੀਤ ਭਾ ਗਈ ਹੈ ਤੇ ਤਨ ਸਰੀਰ ਉਹਨਾਂ ਨੇ ਸੇਵਾ ਵਿੱਚ ਲਾ ਕਰਕੇ ਸਫਲਾ ਕਰ ਲਿਆ। ਕਹਿੰਦੇ ਨੇ ਕੀ ਕਰਾਉਣਾ ਇਸ ਹੱਡ ਚੰਮ ਦੇ ਕੋਲੋਂ, ਜੇ ਮਹਾਰਾਜ ਦੀ ਸੇਵਾ 'ਚ ਹੀ ਨਾ ਲਾਇਆ ਤਾਂ ਉਹਨਾਂ ਨੇ ਸਰੀਰ ਨੂੰ ਸਫਲਿਆਂ ਕਰ ਦਿੱਤਾ। ਇਸ ਕਰਕੇ ਉਹ ਮਨ ਕਰਕੇ ਵੀ ਮਹਾਰਾਜ ਨੂੰ ਭਾ ਗਏ ਹੈ ਤੇ ਤਨ ਕਰਕੇ ਵੀ ਮਹਾਰਾਜ ਨੂੰ ਭਾ ਗਏ ਹੈ। ਕਿਉਂ ਭਾ ਗਏ? ਕਿਉਂਕਿ ਉਹਨਾਂ ਦੇ ਮਨ ਅੰਦਰ ਤੇ ਤਨ ਸਰੀਰ ਦੇ ਅੰਦਰ ਵੀ ਪਰਮੇਸ਼ਰ ਦਾ ਨਾਮ ਹੀ ਚੰਗਾ ਲੱਗਦਾ ਏ। ਤੂੰ ਮੇਰਾ ਪਰਬਤ ਤੂੰ ਮੇਰਾ ਓਲਾ। ਹੇ ਵਾਹਿਗੁਰੂ, ਇਹ ਭਗਤਾਂ ਦੀ ਪ੍ਰੀਤ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਿਖਾਉਂਦੇ ਐ, ਉਹ ਪਿਆਰੇ ਕਹਿੰਦੇ ਆ, ਮਹਾਰਾਜ ਤੂੰ ਮੇਰਾ ਪਰਬਤ ਵਰਗਾ ਅਚਲ ਆਸਰਾ ਹੈ। ਜਿਵੇਂ ਸਾਧ ਸੰਗਤ ਜੀ ਜਿਹਦਾ ਕੋਈ ਆਸਰਾ ਹੋਵੇ ਨਾ ਤੇ ਉਹ ਕਹਿੰਦੇ ਲੈ ਮੈਨੂੰ ਤਾਂ ਪਹਾੜ ਵਰਗਾ ਆਸਰਾ ਹੈ ਉਹਦਾ। ਤੂੰ ਪਰਬਤ, ਮਹਾਰਾਜ ਤੂੰ ਮੇਰਾ ਪਰਬਤ ਵਰਗਾ ਅਚਲ ਆਸਰਾ ਹੈ। ਏਡਾ ਵੱਡਾ ਮਹਾਰਾਜ ਤੇਰਾ ਆਸਰਾ ਹੈ ਮਹਾਰਾਜ ਸਾਨੂੰ। ਫਿਰ ਤੂੰ ਪਰਬਤ ਮੇਰਾ ਓਲਾ ਆਰਾਮ। ਮਹਾਰਾਜ ਮੇਰਾ ਓਲਾ, ਮੇਰਾ ਪੜਦਾ ਵੀ ਤੂੰ ਹੀ ਕੱਜਿਆ ਹੋਇਆ ਹੈ। ਨਹੀਂ ਤਾਂ ਮਹਾਰਾਜ ਮੇਰੇ ਵਰਗੇ ਨੂੰ ਤਾਂ ਕੋਈ ਕੋਲ ਬਿਠਾਉਣਾ ਨਹੀਂ ਪਸੰਦ ਕਰਦਾ। ਜੇ ਮੇਰੇ ਅੰਦਰ ਦੀ ਵਿਥਿਆ ਕਿਸੇ ਹੋਰ ਕੋਲ ਖੁੱਲ ਜਾਵੇ ਤਾਂ ਉਹ ਕਹੇ ਕਿ ਤੂੰ ਇਹੋ ਜਿਹਾ ਭਗਤ ਬਣਿਆ ਫਿਰਦਾ। ਮਹਾਰਾਜ ਤੂੰ ਮੇਰੇ ਪੜਦੇ ਹੀ ਕੱਜ ਲਏ ਆ ਸਾਰੇ, ਮੇਰੇ ਗੁਨਾਹਾਂ ਨੂੰ ਮਾਫ ਹੀ ਕਰ ਦਿੱਤਾ ਹੈ, ਕੋਈ ਮੇਰਾ ਉਗਣ ਵੇਖਿਆ ਹੀ ਨਹੀਂ। ਇਹੋ ਜਿਹਾ ਮਹਾਰਾਜ ਮੇਰਾ ਓਲਾ ਰੱਖ ਲਿਆ ਸੰਸਾਰ ਤੋਂ, ਮੇਰਾ ਪੜਦਾ ਰੱਖ ਲਿਆ ਸੰਸਾਰ ਤੋਂ। ਨਹੀਂ ਤਾਂ ਮਹਾਰਾਜ ਮੇਰੇ ਅੰਦਰ ਦੇ ਔਗਣ ਜਿਹੜੇ ਫੁਰਨਿਆਂ ਰਾਹੀਂ ਉਤਪੰਨ ਹੁੰਦੇ ਸੀਗੇ, ਹੇ ਵਾਹਿਗੁਰੂ ਤੂੰ ਕਿਰਪਾ ਕਰਕੇ ਅੰਦਰ ਹੀ ਸਮਾਪਤ ਕਰ ਦਿੱਤੇ ਆ। ਓਲਾ ਹੀ ਰੱਖ ਲਿਆ, ਪੜਦਾ ਹੀ ਰੱਖ ਲਿਆ। ਇਹੋ ਜਿਹਾ ਮਹਾਰਾਜ ਆਪਣੇ ਜਨ ਦਾ ਸੇਵਕ ਦਾ ਤੁਸੀਂ ਪੜਦਾ ਢੱਕਣ ਵਾਲੇ ਹੋ। ਫਿਰ ਪੜ੍ਹਦੇ ਹੋ ਪੰਕਤੀ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ। ਮਹਾਰਾਜ ਤੂੰ ਹੀ ਮੇਰਾ ਪਰਬਤ ਵਰਗਾ ਅਚਲ ਆਸਰਾ ਹੈ, ਤੂੰ ਹੀ ਮੇਰੇ ਪੜਦੇ ਢੱਕਣ ਵਾਲਾ ਮਹਾਰਾਜ ਮੇਰਾ ਓਲਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਉਸ ਸਮੇਂ ਜਦੋਂ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਦੀ ਪਰਖ ਕੀਤੀ ਨਾ, ਤੇ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਸੁਣਾਏ ਹੋਏ ਬਚਨ ਇਤਿਹਾਸ ਵਿੱਚ ਅੰਕਿਤ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸੁਣਾਉਂਦਿਆਂ ਹੋਇਆ ਆਖਿਆ, ਮਹਾਰਾਜ ਜਦੋਂ ਗੁਰੂ ਜੀ ਨੇ ਮੁਰਦਾ ਖਾਣ ਵੱਲ ਇਸ਼ਾਰਾ ਕਰਤਾ ਨਾ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਭਾਈ ਸਧਾਰਨ ਤੇ ਮੈਂ ਵੀ ਮਗਰ ਸੀਗੇ, ਪਰ ਮਹਾਰਾਜ ਅਸੀਂ ਵੀ ਝਾੜੀਆਂ ਓਲੇ ਹੋ ਗਏ। ਫਿਰ ਤੇ ਗੁਰੂ ਅੰਗਦ ਸਾਹਿਬ ਜੀ ਸਾਹਮਣੇ ਆਏ ਤੇ ਸਤਿਗੁਰੂ ਜਦੋਂ ਪਰਖ 'ਚ ਪੂਰੇ ਉਤਰੇ ਤੇ ਗੁਰੂ ਨਾਨਕ ਸਾਹਿਬ ਆਖਿਆ ਕਿ ਪੁਰਖਾ ਤੂੰ ਨਹੀਂ ਓਲੇ ਹੋਇਆ, ਤੂੰ ਵੀ ਓਲੇ ਹੋ ਜਾਣਾ ਸੀ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਖਿਆ, ਮਹਾਰਾਜ ਮੇਰਾ ਤਾਂ ਓਲਾ ਵੀ ਤੁਸੀਂ ਹੋ, ਅਸੀਂ ਕਿਹਦੇ ਓਲੇ ਹੋ ਜਾਂਦੇ ਸੱਚੇ ਪਾਤਸ਼ਾਹ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਮਹਾਰਾਜ ਸਾਡਾ ਤੇ ਆਸਰਾ ਹੀ ਤੁਸੀਂ ਹੋ, ਸਾਡਾ ਓਲਾ ਹੀ ਤੁਸੀਂ ਹੋ। ਮਹਾਰਾਜ ਅਸੀਂ ਕਿਹਦੇ ਓਲੇ ਹੋ ਜਾਂਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜਿਹਾ ਗੁਰੂ ਨਾਨਕ ਸਾਹਿਬ ਜੀ ਦਾ ਓਲਾ ਤੱਕਿਆ ਹੈ, ਸਤਿਗੁਰੂ ਜੀ ਦਾ ਇਹੋ ਜਿਹਾ ਆਸਰਾ ਤੱਕਿਆ ਹੈ। ਗਰੀਬ ਨਵਾਜ ਨੂੰ ਆਪਣਾ ਸਾਧ ਸੰਗਤ ਜੀ ਫਿਰ ਓਲਾ ਦਿੰਦੇ ਨੇ, ਪੜਦਾ ਹੀ ਟੱਕ ਲੈਂਦੇ ਸੱਚੇ ਪਾਤਸ਼ਾਹ, ਪੜਦਾ ਹੀ ਪਾ ਦਿੰਦੇ ਆ। ਕੋਈ ਇੱਥੇ ਤਾਂ ਪੁੱਛਣਾ ਕੀ ਆ, ਧਰਮ ਰਾਜੇ ਵਰਗਾ ਵੀ ਪਰਲੋਕ 'ਚ ਨਹੀਂ ਪੁੱਛ ਸਕਦਾ। ਉੱਥੇ ਵੀ ਸਤਿਗੁਰਾਂ ਦੀ ਬਾਣੀ ਕਹਿੰਦੀ ਜਿਹਦਾ ਪੜਦਾ ਮਹਾਰਾਜ ਰੱਖਦੇ ਆ ਨਾ, ਤੇ ਧਰਮ ਰਾਜਾ ਵੇਖਦਾ ਗੁਰੂ ਸਾਹਿਬ ਦੀ ਲੱਗੀ ਹੋਈ ਮੋਹਰ, ਧਰਮ ਰਾਏ ਦਰ ਕਾਗਦ ਫਾਰੇ, ਉਹ ਕਾਗਜ਼ ਪਾੜ ਦਿੰਦਾ, ਕਹਿੰਦਾ ਨਾ ਭਈ ਇਹਦਾ ਲੇਖਾ ਨਹੀਂ ਪੜਿਆ ਜਾਣਾ, ਕਿਉਂਕਿ ਇਹਦੇ ਤੇ ਸਤਿਗੁਰੂ ਦੀ ਪੂਰੇ ਗੁਰੂ ਜੀ ਦੀ ਮੋਹਰ ਲੱਗੀ ਹੈ। ਮਹਾਰਾਜ ਇਹਦਾ ਪੜਦਾ ਹੀ ਪਾਤਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਉਹਨੇ ਇਹ ਸਮਝਿਆ ਹੈ ਲੇਖਾ ਪੜ੍ਹ ਕੇ ਕਿ ਇਹਦੇ ਪੜਦੇ ਪੂਰੇ ਗੁਰੂ ਜੀ ਨੇ ਢੱਕ ਲਏ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੇਵਕਾਂ ਦਾ ਇਹ ਸੁਭਾਅ ਹੁੰਦਾ ਹੈ, ਸੇਵਕਾਂ ਦੀ ਇਹ ਪ੍ਰੀਤ ਹੁੰਦੀ ਹੈ।
ਉਹਨਾਂ ਨੂੰ ਅਚਲ ਪਰਬਤ ਵਰਗਾ ਵਾਹਿਗੁਰੂ ਦਾ ਆਸਰਾ ਹੈ। ਹੋਰ ਕਿਸੇ ਦਾ ਆਸਰਾ ਨਹੀਂ ਤੱਕਦੇ ਤੇ ਕਿਸੇ ਨੂੰ ਕੋਈ ਆਪਣੀ ਪੀੜ ਨਹੀਂ ਦੱਸਦੇ। ਉਹ ਤਾਂ ਮਹਾਰਾਜ ਨੂੰ ਆਪਣੀ ਪੀੜ ਦੱਸਦੇ ਐ, ਸੱਚੇ ਪਾਤਸ਼ਾਹ ਨੂੰ ਆਪਣੇ ਦਿਲ ਦਾ ਦਰਦ ਦੱਸਦੇ ਐ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਤੂੰ ਹੀ ਮੇਰਾ ਓਲਾ ਪੜਦੇ ਢੱਕਣ ਵਾਲਾ, ਇਉਂ ਪ੍ਰੀਤ ਨਾਲ ਸਮਝਦੇ ਐ ਤੇ ਸਦਾ ਹੀ ਮਹਾਰਾਜ ਜੀ ਦਾ ਆਸਰਾ ਰੱਖਦੇ ਆ। ਤੁਮ ਸੰਗ ਲਵੈ ਨਾ ਲਾਵਣਿਆ। ਮਹਾਰਾਜ ਤੇਰੇ ਵਰਗਾ ਦਿਆਲੂ ਕੋਈ ਮਹਾਰਾਜ ਬਰਾਬਰ ਲਾਇਆ ਹੀ ਨਹੀਂ ਜਾ ਸਕਦਾ ਤੇਰੇ, ਕਿਉਂਕਿ ਮਹਾਰਾਜ ਸਾਡੇ ਵਰਗੇ ਗੁਨਾਹਗਾਰ ਨੂੰ ਕੌਣ ਬਖਸ਼ ਸਕਦਾ ਸੀ। ਇਹ ਮਹਾਰਾਜ ਤੂੰ ਹੀ ਹੈ ਕਿ ਏਡੇ ਏਡੇ ਗੁਨਾਹ ਸਾਡੇ ਕੀਤੇ ਹੋ ਉਹਨਾਂ ਨੂੰ ਬਖਸ਼ ਦਿੱਤਾ ਹੈ। ਮਹਾਰਾਜ ਤੇਰੇ ਵਰਗਾ ਦਿਆਲੂ ਨਹੀਂ, ਤੇਰੇ ਵਰਗਾ ਕੋਈ ਕਿਰਪਾਲੂ ਨਹੀਂ, ਇਸ ਕਰਕੇ ਮਹਾਰਾਜ ਤੇਰੇ ਬਰਾਬਰ ਕੋਈ ਲਾਇਆ ਹੀ ਨਹੀਂ ਜਾ ਸਕਦਾ। ਐਡਾ ਤੂੰ ਦਿਆਲੂ ਤੇ ਕਿਰਪਾਲੂ ਹੈ, ਮਿਹਰਬਾਨ ਹੈ, ਅਕਿਰਤ ਘਣਾ ਨੂੰ ਮਹਾਰਾਜ ਪਾਲਦਾ ਹੈ। ਇਹੋ ਜਿਹਾ ਮਹਾਰਾਜ ਆਪ ਦਾ ਸੁਭਾਅ ਹੈ। ਤੁਹਾਡੇ ਬਰਾਬਰ ਮਹਾਰਾਜ ਕਿਸੇ ਨੂੰ ਲਾਇਆ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਤੇਰਾ ਕੀਤਾ ਜਿਸ ਲਾਗੈ ਮਿਠਾ। ਹੇ ਵਾਹਿਗੁਰੂ ਤੇਰਾ ਕੀਤਾ ਹੋਇਆ, ਤੇਰਾ ਹੁਕਮ, ਤੇਰਾ ਭਾਣਾ ਜਿਸ ਸੇਵਕ ਨੂੰ, ਜਿਸ ਪਿਆਰੇ ਨੂੰ ਮਿੱਠਾ ਲੱਗਦਾ ਏ। ਘਟ ਘਟ ਪਾਰ ਬ੍ਰਹਮ ਤਿਨ ਜਨ ਡਿਠਾ। ਸਾਧ ਸੰਗਤ ਜੀ ਉਹਨੂੰ ਫਿਰ ਕੀ ਦਾਤ ਮਹਾਰਾਜ ਦਿੰਦੇ ਐ? ਉਹਨਾਂ ਨੂੰ ਹਰੇਕ ਘਟ ਸਰੀਰ ਦੇ ਅੰਦਰ, ਹਰੇਕ ਘਟ ਹਿਰਦੇ ਦੇ ਅੰਦਰ ਜਿਹੜਾ ਬ੍ਰਹਮ ਹੈ ਨਾ, ਪਰਮੇਸ਼ਰ, ਉਹ ਦਿਸਣ ਲੱਗ ਪੈਂਦਾ ਹੈ, ਡਿੱਠ ਪੈਂਦਾ ਹੈ, ਵੇਖ ਲੈਂਦੇ ਐ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤਤੀ ਤਵੀ ਤੇ ਮਹਾਰਾਜ ਚੌਂਕੜਾ ਲਾ ਕੇ ਭਾਣਾ ਮੰਨਣ ਦੀ ਜਾਚ ਦੱਸੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਗਰੀਬ ਨਵਾਜ ਨੇ ਤਤੀ ਤਵੀ ਤੇ ਬੈਠ ਕਰਕੇ ਕਿਹਾ ਸੀ, ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਤਤੀ ਤਵੀ ਤੇ ਬੈਠ ਕੇ ਬਚਨ ਕਹੇ ਸੀ ਕਿ ਤੇਰਾ ਕੀਆ ਮਿੱਠਾ ਲੱਗਾ। ਭਾਣਾ ਜਿਸ ਨੂੰ ਮਿੱਠਾ ਲੱਗਦਾ ਉਹਨੂੰ ਫਿਰ ਹਰੇਕ ਦੇ ਅੰਦਰ ਬ੍ਰਹਮ ਦਿਸ ਪੈਂਦਾ ਹੈ, ਵਾਹਿਗੁਰੂ ਦਿਸ ਪੈਂਦਾ ਹੈ। ਸਾਧ ਸੰਗਤ ਜੀ ਸਾਡੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਜਿਹੜੀ ਅੱਗ ਹੈ ਨਾ, ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਅਸਰ ਨਾ ਸੀ ਦਿਖਾਉਂਦੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਅੱਗ ਨੂੰ ਆਗਿਆ ਕੀਤੀ ਹੈ ਕਿ ਤੂੰ ਸਾਡੇ ਸਰੀਰ ਤੇ ਅਸਰ ਵਿਖਾ, ਨੇ ਤੇ ਚੰਦੂ ਕਿਤੇ ਸ਼ਰਧਾ ਨਾ ਕਰਦੇ, ਅਸੀਂ ਕੌਤਕ ਕਰਨੇ ਆਏ, ਅਸੀਂ ਇਹ ਭਾਣਾ ਇਸ ਤਰ੍ਹਾਂ ਵਰਤਾਉਣਾ ਹੈ। ਤੇ ਸਤਿਗੁਰਾਂ ਜੀ ਦੇ ਜਦੋਂ ਆਗਿਆ ਵਿੱਚ, ਕਿਉਂਕਿ ਮਹਾਰਾਜ ਦੇ ਅੱਗ ਵਿੱਚ ਵੀ ਸਤਿਗੁਰੂ ਜੀ ਕਿਸੇ ਹੋਰ ਨੂੰ ਥੋੜਾ ਵੇਖਦੇ ਆ, ਮਹਾਰਾਜ ਤਾਂ ਅੱਗ 'ਚ ਵੀ ਬ੍ਰਹਮ ਹੀ ਵੇਖਦੇ ਆ, ਕਿਉਂਕਿ ਆਪ ਨਿਰੰਕਾਰ ਸਰੂਪ ਨੇ, ਸਭ ਕੁਝ ਆਪ ਬਣਾਇਆ ਹੋਇਆ। ਸਾਈਂ ਮੀਆਂ ਮੀਰ ਜੀ ਜੇ ਬੇਹੋਸ਼ ਹੋ ਕੇ ਡਿੱਗ ਪਏ ਸੀ ਨਾ, ਮਹਾਰਾਜ ਦੇ ਸਰੀਰ ਤੇ ਫਲੂਹੇ ਬਣੇ ਵੇਖ ਕੇ ਸਾਈਂ ਜੀ ਬੇਹੋਸ਼ ਹੋ ਗਏ ਸੀ, ਪਿੰਜਣੀਆਂ ਵਾਲੀਆਂ ਹੱਡੀਆਂ ਵੇਖ ਕੇ ਹੈਰਾਨ ਹੋ ਗਏ ਸੀ ਵੇਖ ਕੇ। ਤੇ ਮਹਾਰਾਜ ਜੀ ਨੇ ਕਿਹਾ ਸੀ, ਸਾਈਂ ਜੀ ਦਵੈਤ ਕਿਉਂ ਮਨ ਵਿੱਚ ਲਿਆਂਦੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਈਂ ਜੀ ਨੇ ਕਿਹਾ, ਮਹਾਰਾਜ ਆਪ ਆਪਣੇ ਭਾਣੇ 'ਚ ਪ੍ਰਸੰਨ ਰਹੋ, ਮੈਨੂੰ ਆਗਿਆ ਦਿਓ, ਇਹੋ ਜਿਹੇ ਜ਼ਾਲਮ ਤੁਰਕਾਂ ਦਾ ਰਾਜ ਨਸ਼ਟ ਕਰ ਦੇਣਾ ਚਾਹੀਦਾ। ਮੈਂ ਆਪਣੀ ਅਜਮਤ ਸ਼ਕਤੀ ਨਾਲ ਹੀ ਇਸ ਰਾਜ ਦੇ ਤਖਤ ਦਾ ਪਲਟਾ ਪਾ ਦਿਆਂਗਾ। ਸਤਿਗੁਰੂ ਜੀ ਨੇ ਕਿਹਾ, ਸਾਈਂ ਜੀ ਦਵੈਸ਼ ਨਾਲ ਨਹੀਂ ਤੱਕੀਦਾ, ਜੋ ਪਰਮੇਸ਼ਰ ਕਰਦਾ ਅੱਲਾ ਕਰਦਾ, ਅੱਲਾ ਦੇ ਹੁਕਮ ਵਿੱਚ ਜੋ ਹੁੰਦਾ ਭਲਾ ਹੁੰਦਾ, ਚੰਗਾ ਹੁੰਦਾ। ਤੁਸੀਂ ਬਾਣੀ ਦੀ ਪੰਕਤੀ ਤੇ ਸ਼ੰਕਾ ਕੀਤੀ ਸੀ, ਅਸੀਂ ਤੁਹਾਨੂੰ ਉਹ ਬਾਣੀ ਦੀ ਪੰਕਤੀ ਆਪਣੇ ਸਰੀਰ ਤੇ ਜਿਹੜੀ ਆ ਹੰਡਾ ਕੇ ਵਿਖਾ ਰਹੇ ਹਾਂ ਕਿ ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋ ਖੋਦਾ ਕੋ ਚੰਦਨ ਲੇਪ। ਸਾਈਂ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸਿਜਦਾ ਕਰ ਦਿੱਤੀ। ਮਹਾਰਾਜ ਤੁਸੀਂ ਧੰਨ ਹੋ। ਅੱਲਾ ਦਾ ਰੂਪ ਹੁੰਦਿਆਂ ਹੋਇਆ ਮਹਾਰਾਜ ਆਪਣੇ ਸਰੀਰ ਤੇ ਸਭ ਕੁਝ ਇੰਨਾ ਕਸ਼ਟ ਬਰਦਾਸ਼ਤ ਕੀਤਾ ਹੈ। ਸਾਈਂ ਮੀਆਂ ਮੀਰ ਜੀ ਨੇ ਹੀ ਜਹਾਂਗੀਰ ਨੂੰ ਆਖਿਆ ਸੀ, ਜਹਾਂਗੀਰ ਤੂੰ ਆਪਣੇ ਰਾਜ ਦੇ ਅੰਦਰ ਬਹੁਤ ਵੱਡਾ ਕਲੰਕ ਖੱਟਿਆ ਹੈ। ਅੱਲਾ ਸਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦੇਣ ਦਾ ਦਾਗ ਤੇਰੇ ਮੱਥੇ ਤੋਂ ਨਹੀਂ ਲੱਥ ਸਕਦਾ। ਇਹ ਸਾਈਂ ਮੀਆਂ ਮੀਰ ਜੀ ਨੇ ਹੀ ਬਹੁਤ ਜ਼ਿਆਦਾ ਜਹਾਂਗੀਰ ਨੂੰ ਤਾੜਿਆ ਸੀਗਾ। ਤੋ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਰੱਬ ਦੇ ਪਿਆਰਿਆਂ ਦੀ ਅਵਸਥਾ ਦੱਸਦੇ ਹੈ ਕਿ ਵਾਹਿਗੁਰੂ ਦਾ ਭਾਣਾ, ਇਹ ਪਰਮੇਸ਼ਰ ਤੇਰੀ ਰਜਾ ਜਿਹਨੂੰ ਮਿੱਠੀ ਲੱਗਦੀ ਹੈ ਨਾ, ਜਿਹਨੂੰ ਚੰਗਾ ਲੱਗਦਾ ਤੇਰਾ ਭਾਣਾ, ਭਾਣੇ 'ਚ ਜਿਹੜਾ ਖੁਸ਼ ਰਹਿੰਦਾ ਹੈ ਉਹਨੂੰ ਸਭ ਦੇ ਅੰਦਰ ਬ੍ਰਹਮ ਦਿਸ ਪੈਂਦਾ ਹੈ, ਉਹਨੂੰ ਸਾਰਿਆਂ ਦੇ ਵਿੱਚ ਤੇਰਾ ਦਰਸ਼ਨ ਹੋਣ ਲੱਗ ਪੈਂਦਾ ਹੈ।
ਤੇ ਸਾਨੂੰ ਤੇ ਵੱਜੇ ਸੂਈ। ਕਹਿੰਦੇ ਨਾ, ਇਹ ਨਹੀਂ ਸੀ ਹੋਣਾ ਚਾਹੀਦਾ, ਇਹ ਕਿਉਂ ਹੋ ਗਿਆ। ਨਿੱਕੀ ਨਿੱਕੀ ਜ਼ਿੰਦਗੀ ਦੇ ਅੰਦਰ ਗੱਲਾਂ ਹੁੰਦੀਆਂ, ਅਸੀਂ ਉਹਨਾਂ ਗੱਲਾਂ ਨੂੰ ਹੀ ਬਹੁਤ ਜ਼ਿਆਦਾ ਝੋਰੀ ਜਾਂਦੇ ਆ ਕਿ ਇਹ ਮੇਰੇ ਨਾਲ ਹੀ ਕਿਉਂ ਹੋਣਾ ਹੁੰਦਾ, ਇਹ ਮੇਰਾ ਹੀ ਕਿਉਂ ਨੁਕਸਾਨ ਹੁੰਦਾ, ਇਹ ਮੈਨੂੰ ਹੀ ਕਿਉਂ ਇਸ ਤਰ੍ਹਾਂ ਹੁੰਦਾ। ਮਨ ਇੰਨਾ ਮਨਮੁਖ ਇਹ ਗੱਲਾਂ ਨਾਲ ਬਣ ਜਾਂਦਾ ਨਾ, ਸੁਤੇ ਹੀ ਮਹਾਰਾਜ ਦੇ ਰਜਾ ਹੀ ਨਹੀਂ ਚੰਗੀ ਲੱਗਦੀ, ਫਿਰ ਉਹ ਬੇਮੁਖ ਹੋ ਜਾਂਦਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਧ ਸੰਗਤ ਜੀ, ਇਹ ਬੜੀ ਵੱਡੀ ਦਾਤ ਹੈ। ਮਹਾਰਾਜ ਆਖਿਆ ਭਾਣੇ ਜੇਵੜ ਅਵਰ ਨਾ ਦਾਤ। ਗੁਰਸਿੱਖ ਕਮਾਉਂਦੇ ਐ, ਔਖਾ ਪਹਿਲੋਂ ਲੱਗਦਾ ਜ਼ਰੂਰ, ਕਿਉਂਕਿ ਮਨ ਜੋ ਕੁਝ ਕਹਿੰਦਾ ਹੈ ਨਾ, ਉਹ ਮਨ ਆਪਣੇ ਅਨੁਸਾਰ ਚਲਾਉਣਾ ਚਾਹੁੰਦਾ ਹੈ। ਇਸੇ ਕਰਕੇ ਦੁਖੀ ਹੋਈਦਾ ਜਦੋਂ ਭਾਣੇ ਦੇ ਵਹਿਣ 'ਚ ਨਹੀਂ ਵਹਿੰਦੇ ਆਪਾਂ, ਤੇ ਜਦੋਂ ਭਾਣੇ ਦੇ ਅਨੁਸਾਰ ਚੱਲ ਪਈਏ ਨਾ, ਮਨ ਸੁਖੀ ਹੋ ਜਾਂਦਾ ਹੈ। ਸਿੱਧਾ ਨੇ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ, ਮਹਾਰਾਜ ਤੁਸੀਂ ਸੁਖੀ ਕਿਵੇਂ ਹੋ ਗਏ? ਮਹਾਰਾਜ ਕਹਿੰਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਸੁਖੀ ਹੋ ਗਏ। ਸਿੱਧੋ ਤੁਸੀਂ ਵੀ ਮੰਨ ਲਓ, ਸੁਖੀ ਹੋ ਜਾਓਗੇ। ਕਿਉਂਕਿ ਭਾਣੇ ਨੂੰ ਜਿਸ ਨੇ ਮਿੱਠਾ ਕਰਕੇ ਮੰਨ ਲਿਆ ਨਾ, ਉਹ ਸਾਧ ਸੰਗਤ ਜੀ ਕਦੇ ਦੁਖੀ ਹੋ ਹੀ ਨਹੀਂ ਸਕਦਾ। ਦੁੱਖ ਤਾਂ ਉਹ ਨਹੀਂ ਹੁੰਦਾ ਜਿਹੜਾ ਮਹਾਰਾਜ ਦੀ ਰਜਾ 'ਚ ਨਹੀਂ ਚੱਲਦਾ ਹੈ। ਵਾਹਿਗੁਰੂ ਦੀ ਰਜਾ ਮੰਨਣੀ ਬੜੀ ਔਖੀ ਹੈ, ਬੜੀ ਵੱਡੀ ਹੈ। ਮਹਾਰਾਜ ਨੇ ਦਾਤ ਹੈ, ਗੁਰਸਿੱਖਾਂ ਨੂੰ ਦਿੱਤੀ ਹੈ। ਸਤਿਗੁਰੂ ਕਹਿੰਦੇ ਸਭ ਦੇ ਅੰਦਰ ਹੀ ਭਾਈ ਬ੍ਰਹਮ ਜਿਹੜਾ ਹੈ, ਉਸ ਨੂੰ ਦਿਸਣ ਲੱਗ ਪੈਂਦਾ ਹੈ ਵਾਹਿਗੁਰੂ, ਜਿਹਨੂੰ ਤੇਰਾ ਭਾਣਾ ਮਿੱਠਾ ਲੱਗਦਾ ਏ। ਥਾਨ ਥਨੰਤਰ ਤੂੰ ਹੈ, ਤੂੰ ਹੈ। ਮਹਾਰਾਜ ਥਾਵਾਂ ਦੇ ਅੰਦਰ ਵੀ, ਥਾਵਾਂ ਤੇ ਵੀ ਤੇ ਥਾਵਾਂ ਦੇ ਅੰਦਰ ਵੀ, ਮਕਾਨਾਂ ਦੇ ਵਿੱਚ ਵੀ ਤੇ ਮਕਾਨੀਆਂ ਦੇ ਅੰਦਰ ਵੀ, ਜਿਹੜੇ ਥਾਂ ਨੇ ਤੇ ਥਾਵਾਂ ਦੇ ਅੰਦਰ ਰਹਿਣ ਵਾਲੇ ਹਨ, ਮਹਾਰਾਜ ਤੂੰ ਉਹਨਾਂ ਦੇ ਅੰਦਰ, ਸਭ ਦੇ ਅੰਦਰ ਤੂੰ ਹੈ, ਤੂੰ ਹੈ, ਤੂੰ ਹੀ ਸਮਾਇਆ ਹੋਇਆ ਏ। ਇੱਕੋ ਇੱਕ ਵਰਤਾਵਣਿਆ, ਇੱਕੋ ਇੱਕ ਮਹਾਰਾਜ ਤੂੰ ਆਪਣਾ ਹੁਕਮ ਹੀ ਵਰਤਾ ਰਿਹਾ ਹੈ। ਸਾਧ ਸੰਗਤ ਜੀ, ਜੇ ਕੋਈ ਕਹੇ ਕਿ ਹੁਕਮ ਦੇ ਅਨੁਸਾਰ ਮੈਨੂੰ ਹੁਕਮ ਚੰਗਾ ਨਹੀਂ ਲੱਗਦਾ ਤੇ ਆਪਣਾ ਹੀ ਨੁਕਸਾਨ ਕਰਦਾ, ਹੁਕਮ ਤੋਂ ਉਲਟ ਕੁਝ ਵੀ ਨਹੀਂ ਹੁੰਦਾ। ਮਹਾਰਾਜ ਸਾਹਿਬ ਜੀ ਨੇ ਸਿੱਧਾ ਨੂੰ ਇਹੀ ਬਖਸ਼ਿਸ਼ ਕੀਤੀ ਸੀ ਨਾ। ਸਿੱਧਾ ਨੇ ਪੁੱਛਿਆ ਸੀ ਕਿ ਮਹਾਰਾਜ ਜਿਹੜਾ ਝੂਠ ਹੈ ਉਹ ਅੰਦਰੋਂ ਛਲ ਫਰੇਬ ਕਿਵੇਂ ਨਾਸ ਹੋ ਚੱਕਦਾ ਤੇ ਕਿਵੇਂ ਸਚਿਆਰ ਹੋ ਸਕੀਦਾ ਹੈ। ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਤੇ ਮਹਾਰਾਜ ਕੀ ਆਖਿਆ ਸੀ? ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਮਹਾਰਾਜ ਕਹਿੰਦੇ ਜੋ ਰਜਾ ਦਾ ਮਾਲਕ ਹੈ ਨਾ ਪਰਮੇਸ਼ਰ, ਉਹਦੇ ਹੁਕਮੀ ਦੇ ਹੁਕਮ 'ਚ ਚੱਲਣਾ ਚਾਹੀਦਾ, ਜਿਹੜਾ ਜੀਵ ਦੇ ਨਾਲ ਲਿਖਿਆ ਹੋਇਆ। ਤੇ ਫਿਰ ਕੀ ਹੁੰਦਾ? ਮਹਾਰਾਜ ਕਹਿੰਦੇ ਫਿਰ ਸਚਿਆਰ ਹੋ ਜੀਦਾ ਹੈ, ਅੰਦਰੋਂ ਕੂੜ ਦੀ ਝੂਠ ਦੀ ਕੰਧ ਟੁੱਟ ਜਾਂਦੀ ਹੈ। ਜਿਨੇ ਪਰਮੇਸ਼ਰ ਦੀ ਰਜਾ ਨੂੰ ਮਿੱਠਾ ਕਰਕੇ ਮੰਨ ਲਿਆ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਦੇ ਅੰਦਰ ਕਦੇ ਵੀ ਵਲ ਤੇ ਫਰੇਬ ਨਹੀਂ ਰਹਿੰਦਾ, ਛਲ ਨਹੀਂ ਰਹਿੰਦਾ, ਉਹਦਾ ਹਿਰਦਾ ਸਚਿਆਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਇੱਕੋ ਇੱਕ ਵਰਤਾਵਣਿਆ ਵਾਹਿਗੁਰੂ, ਇੱਕੋ ਇੱਕ ਤੂੰ ਆਪਣਾ ਹੁਕਮ ਹੀ ਵਰਤਾਉਣ ਵਾਲਾ ਹੈ ਸੰਸਾਰ ਦੇ ਅੰਦਰ। ਹੁਕਮ ਦੇ ਅੰਦਰ ਹੀ ਸਾਧ ਸੰਗਤ ਜੀ ਸਾਰੀ ਇਹ ਕਾਇਨਾਤ ਚੱਲਦੀ ਆ। ਸਗਲ ਮਨੋਰਥ ਤੂੰ ਦੇਵਨਹਾਰਾ। ਹਾਂ, ਜਿਹੜਾ ਤੇਰਾ ਸੇਵਕ ਬਣ ਜਾਂਦਾ ਨਾ, ਉਹਦੇ ਜਿੰਨੇ ਵੀ ਮਨ ਤੋਂ ਪੈਦਾ ਹੋਏ ਮਨੋਰਥ ਇੱਛਾਵਾਂ ਹਨ ਅਤੇ ਫੁਰਦੀਆਂ ਰੱਬ ਦੇ ਪਿਆਰੇ ਨੂੰ ਬਾਅਦ ਚ ਮੇਰਾ ਵਾਹਿਗੁਰੂ ਪਹਿਲਾਂ ਹੀ ਸੱਤ ਕਰ ਦਿੰਦਾ। ਵੇਖ ਲਓ ਆਪਣੇ ਪਿਆਰੇ ਨਾਲ ਇੰਨਾ ਪਿਆਰ ਕਰਦਾ। ਸਾਰੇ ਹੀ ਮਨੋਰਥ ਜਿੰਨੇ ਵੀ ਜੋ ਵੀ ਚਿਤਵਦੇ ਐ, ਜੋ ਵੀ ਇੱਛਾ ਕਰਦੇ ਐ, ਪਰ ਭਗਤ ਪਿਆਰੇ ਸਦਾ ਮਹਾਰਾਜ ਵਿੱਚ ਹੀ ਚਿੱਤ ਲਾਈ ਰੱਖਦੇ ਐ। ਕਿਸੇ ਵਾਸਤੇ ਜੇ ਉਹਨਾਂ ਨੂੰ ਚਿਤਮਨਾ ਵੀ ਪੈ ਜਾਵੇ ਨਾ, ਮਹਾਰਾਜ ਕਹਿੰਦੇ ਤੂੰ ਚੇਤਾ ਕਰਨ ਦੀ ਕਿਉਂ ਕੋਸ਼ਿਸ਼ ਕੀਤੀ ਐ, ਮਹਾਰਾਜ ਉਸੇ ਵੇਲੇ ਹੀ ਹਾਜ਼ਰ ਕਰ ਦਿੰਦੇ ਆ। ਸਾਰੇ ਹੀ ਮਨੋਰਥ ਜਿੰਨੇ ਮਨ ਤੋਂ ਪੈਦਾ ਹੋਣ ਵਾਲੇ ਫੁਰਨੇ ਤੇ ਉਹ ਮਨ ਨੂੰ ਜਿੰਨੇ ਵੀ ਅਰਥ ਪਦਾਰਥ ਚਾਹੀਦੇ ਐ, ਹੇ ਵਾਹਿਗੁਰੂ ਆਪਣੇ ਸੇਵਕ ਨੂੰ ਤੂੰ ਦੇਣ ਵਾਲਾ ਹੈ। ਉਸੇ ਸਮੇਂ ਉਹ ਮਾਹੌਲ ਹੀ ਉਹੋ ਜਿਹਾ ਮਹਾਰਾਜ ਬਣਾ ਦਿੰਦੇ ਐ ਕਿ ਸਭ ਕੁਝ ਹੀ ਸੇਵਕ ਦੇ ਅੱਗੇ ਹਾਜ਼ਰ ਕਰ ਦਿੰਦੇ ਆ। ਭਗਤੇ ਭਾਏ ਭਰੇ ਭੰਡਾਰਾ। ਭਾਏ ਭਗਤੀ ਦੇ, ਪ੍ਰੇਮਾ ਭਗਤੀ ਦੇ ਮਹਾਰਾਜ ਤੇਰੇ ਭੰਡਾਰੇ ਭਰੇ ਪਏ ਆ। ਤੇਰੇ ਭਗਤਾਂ ਦਾ ਤਾਂ ਮਨੋਰਥ ਇਹੀ ਹੈ ਕਿ ਮਹਾਰਾਜ ਤੇਰੀ ਭਗਤੀ ਦਾ ਦਾਨ ਮਿਲੇ। ਤੇ ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ। ਮਹਾਰਾਜ ਭਗਤੀ ਕਰਨ ਵਾਲਿਆਂ ਨੂੰ ਭਗਤੀ ਦਾ ਦਾਨ ਦਿੰਨਾ, ਕਿਉਂਕਿ ਤੇਰੇ ਭੰਡਾਰੇ ਹੀ ਭਰੇ ਪਏ ਆ ਭਗਤੀ ਦੇ। ਨਾਮ ਦੇ ਖਜ਼ਾਨੇ ਹੀ ਆਪਣੇ ਸੇਵਕਾਂ ਤੋਂ ਮਹਾਰਾਜ ਤੁਸੀਂ ਲੁਟਾ ਦਿੰਨੇ ਹੋ। ਐਡੀ ਬਖਸ਼ਿਸ਼ ਕਰਦੇ ਹੋ। ਭੰਡਾਰੇ ਦੀ ਚਾਬੀ ਹੀ ਸੰਤਨ ਹੱਥ ਰਾਖੀ ਕੂੰਜੀ।
ਮਹਾਰਾਜ ਚਾਬੀ ਦੇ ਦਿੰਨੇ ਆ ਵੀ ਲੈ ਜਿੰਨੂੰ ਮਰਦੀ ਵੀ ਖਾਓ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਜਿੰਨਾ ਮਰਜੀ ਖਾਓ ਖਰਚੋ ਮਹਾਰਾਜ ਭੰਡਾਰੇ ਹੀ ਸੌਂਪ ਦਿੰਨੇ ਆਪਣੇ ਭਗਤਾਂ ਨੂੰ ਸੇਵਕਾਂ ਨੂੰ ਦਇਆ ਤਹਾਰ ਰਾਖੇ ਤੁਧ ਸੇ ਮਹਾਰਾਜ ਦਇਆ ਕਰਕੇ ਉਹਨਾਂ ਨੂੰ ਮਹਾਰਾਜ ਤੁਸੀਂ ਰੱਖ ਲਿਆ ਹੈ ਕਿਰਪਾ ਕੀਤੀ ਆ ਪੂਰਾ ਕਰਮ ਸਮਾਵਣਿਆ ਜਿਹੜੇ ਮਹਾਰਾਜ ਜਿਨ੍ਹਾਂ ਉੱਤੇ ਪੂਰੀ ਕਰਮ ਬਖਸ਼ਿਸ਼ ਕੀਤੀ ਹੈ ਨਾ ਉਹ ਆਪ ਜੀ ਦੇ ਅੰਦਰ ਹੀ ਸਮਾ ਗਏ ਹੈ ਉਹਨਾਂ ਨੂੰ ਦਇਆ ਕਰਕੇ ਮਹਾਰਾਜ ਤੁਸੀਂ ਰੱਖ ਲਿਆ ਹੈ ਤ੍ਰਿਸ਼ਨਾ ਦੀ ਅੱਗ ਤੋਂ ਦਇਆ ਕਰਕੇ ਰੱਖ ਲਿਆ ਮਹਾਰਾਜ ਸੰਸਾਰ ਦੇ ਸਾਰੇ ਹੀ ਦੁੱਖਾਂ ਤੋਂ ਮਿਹਰ ਕੀਤੀ ਹੈ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਨਿਸ਼ਕਾਮ ਕਰਮ ਆਪ ਜੀ ਨੂੰ ਭਾ ਗਏ ਹੈ ਫਿਰ ਪੜ੍ਹ ਦਿਓ ਪੰਕਤੀ ਪੂਰਾ ਕਰਮ ਸਮਾਵਣਿਆ ਉਹਨਾਂ ਦੇ ਮਹਾਰਾਜ ਕਰਮ ਪੂਰੇ ਭਾ ਗਏ ਆਪ ਜੀ ਨੂੰ ਇਹ ਕਰਮ ਬਖਸ਼ਿਸ਼ ਵੀ ਹੈ ਤੇ ਕਰਮ ਸਾਧ ਸੰਗਤ ਜੀ ਜਿਹੜੇ ਆਪਾਂ ਕਮਾਉਨੇ ਆ ਜਦੋਂ ਨਿਸ਼ਕਾਮ ਕਰਮ ਕਰਦੇ ਆ ਰੱਬ ਦੇ ਪਿਆਰੇ ਪਰਉਪਕਾਰ ਵਾਲੇ ਮਹਾਰਾਜ ਉਹ ਆਪ ਨੂੰ ਭਾ ਗਏ ਆ ਤੇ ਉਹ ਉਹਨਾਂ ਕਰਮਾਂ ਨੂੰ ਕਮਾਉਂਦੇ ਹੋਏ ਆਪ ਦੇ ਅੰਦਰ ਸਮਾ ਜਾਂਦੇ ਆ ਅੰਧਕੂਪ ਤੇ ਕੰਢਾ ਚਾੜੇ ਸੇਵਕ ਨੂੰ ਵੇਖ ਲਓ ਅੰਨਾ ਖੂਹ ਹੈ ਸੰਸਾਰ ਤੇ ਆਪਣੇ ਸੇਵਕ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸੰਸਾਰ ਰੂਪੀ ਅੰਨੇ ਖੂਹ ਤੋਂ ਤਾਂ ਮੁਕਤੀ ਰੂਪੀ ਕੰਢੇ ਤੇ ਮਹਾਰਾਜ ਚਾੜ ਲੈਂਦੇ ਆ ਫਿਰ ਵਾਹਿਗੁਰੂ ਅੰਨਾ ਖੂਹ ਹੈ ਜਿਹਦੇ ਵਿੱਚ ਬਾਹਰਲਾ ਪਾਸਾ ਵੀ ਨਹੀਂ ਦਿਸ ਰਿਹਾ ਜੀਵ ਨੂੰ ਦਿਸਦਾ ਹੀ ਨਹੀਂ ਕੁਛ ਬਾਹਰਲਾ ਪਾਸਾ ਕੀ ਹੈ ਮਰ ਕੇ ਅਗਲੇ ਪਾਸੇ ਜਾਣਾ ਦੇਹਾਂ ਛੁੱਟਦੀਆਂ ਸਾਹਮਣੇ ਦਿਸਦੀਆਂ ਹਨ ਪਰ ਫਿਰ ਵੀ ਕਹਿੰਦਾ ਨਹੀਂ ਮੈਂ ਅਮਰ ਰਹਿਣਾ ਹੈ ਮੈਂ ਨਹੀਂ ਮਰਨਾ ਹੈ ਇਹ ਆਪਣੇ ਸਰੀਰ ਨੂੰ ਹੀ ਅਮਰ ਸਮਝੀ ਬੈਠਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਰੂਪੀ ਅੰਨਾ ਖੂਹ ਹੈ ਜਿਹਦੇ ਅੰਦਰ ਵਿਸ਼ੇ ਵਕਾਰ ਨੇ ਅਗਿਆਨਤਾ ਦਾ ਕੁੱਪ ਹਨੇਰਾ ਹੈ ਭਰਮ ਹੈ ਆਸਾ ਤ੍ਰਿਸ਼ਨਾ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅੰਨਾ ਖੂਹ ਹੈ ਸੰਸਾਰ ਤੇ ਆਪਣੇ ਸੇਵਕ ਨੂੰ ਇਸ ਅੰਨੇ ਖੂਹ ਤੋਂ ਮਹਾਰਾਜ ਮੁਕਤੀ ਰੂਪੀ ਕੰਢੇ ਤੇ ਝਾੜ ਲੈਂਦੇ ਆ ਫਿਰ ਸਾਧ ਸੰਗਤ ਜੀ ਇਹ ਜਿਹੜਾ ਸਰੀਰ ਹੈ ਨਾ ਇਹ ਵੀ ਅੰਨਾ ਖੂਹ ਹੈ ਕਿਉਂਕਿ ਸਰੀਰ ਕਰਕੇ ਜੀਵ ਨੂੰ ਸਦਾ ਗਾਫਲਤਾਈ ਬਣੀ ਰਹਿੰਦੀ ਹੈ ਤੇ ਸਰੀਰ ਰੂਪੀ ਅੰਨੇ ਖੂਹ ਤੋਂ ਮਹਾਰਾਜ ਬ੍ਰਹਮ ਗਿਆਨ ਰੂਪੀ ਕੰਢੇ ਤੇ ਸੱਚੇ ਪਾਤਸ਼ਾਹ ਜੀ ਝਾੜ ਲੈਂਦੇ ਆ ਕਰ ਕਿਰਪਾ ਦਾਸ ਨਦਰ ਨਿਹਾਲੇ ਕਿਵੇਂ ਚਾੜਦੇ ਆ ਕਿਰਪਾ ਕਰਕੇ ਆਪਣੇ ਦਾਸ ਨੂੰ ਨਾ ਮਿਹਰ ਦੀ ਨਿਗਾਹ ਨਾਲ ਵੇਖ ਕੇ ਹੀ ਨਿਹਾਲ ਕਰ ਦਿੰਦੇ ਆ ਤੱਕ ਕੇ ਦੁੱਖ ਤੋੜ ਦਿੰਦੇ ਆ ਇਉਂ ਵਾਹਿਗੁਰੂ ਜੀ ਦੀ ਉਹ ਨਿਗਾਹ ਜਿਹਦੀ ਬਾਬਤ ਮਹਾਰਾਜ ਕਿਹਾ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਜਦੋਂ ਮਹਾਰਾਜ ਮਿਹਰ ਦੀ ਨਿਗਾਹ ਨਾਲ ਵੇਖਦੇ ਆ ਨਾ ਤੇ ਕਵੀਰਾਜ ਲਿਖਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਖਤ ਤੇ ਬੈਠਿਆਂ ਹੋਇਆਂ ਹੁਣ ਸਾਹਮਣੇ ਮਹਾਰਾਜ ਵੀਰ ਆਸਣ ਲੱਗਾ ਹੈ ਤੇ ਸਾਹਮਣੇ ਸੰਗਤਾਂ ਤੇ ਸਤਿਗੁਰਾਂ ਜੀ ਦੀ ਨਿਗਾਹ ਪੈ ਰਹੀ ਹੈ ਪਰ ਜਿਹਦੇ ਵੱਲ ਤਿਰਛੀ ਨਿਗਾਹ ਕਰਕੇ ਪਾਸੇ ਨੂੰ ਵੇਖਿਆ ਜਾਵੇ ਉਹਨੂੰ ਕਟਾਕਸ਼ ਨਿਗਾਹ ਕਹਿੰਦੇ ਆ ਫਿਰ ਸਾਧ ਸੰਗਤ ਜੀ ਜਿਹਦੇ ਮਿਹਰ ਦੀ ਨਿਗਾਹ ਨਾਲ ਤੱਕਿਆ ਜਾਵੇ ਅੰਦਰੋਂ ਸਤਿਗੁਰੂ ਜੀ ਪਿਆਰ ਨਾਲ ਤੱਕ ਦੇਣ ਤਾਂ ਸਿੱਖ ਨੂੰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਆ ਸੱਚੇ ਪਾਤਸ਼ਾਹ ਇਹੋ ਜੀ ਮਿਹਰ ਦੀ ਨਿਗਾਹ ਜਦੋਂ ਮਹਾਰਾਜ ਤਖਤ ਤੇ ਬੈਠਿਆਂ ਹੋਇਆਂ ਮਹਾਰਾਜ ਜੀ ਦੇ ਸਾਧ ਸੰਗਤ ਜੀ ਦੀਵਾਨ ਵਿੱਚ 5 ਪਿਆਰੇ ਸਾਹਿਬ ਬੈਠਿਆ ਕਰਦੇ ਤੇ ਮਹਾਰਾਜ ਜਦੋਂ ਵੇਖਦੇ ਇੱਕ ਪਾਸੇ ਨੂੰ ਨਿਗਾਹ ਕਰਕੇ 5 ਪਿਆਰਿਆਂ ਵੱਲ ਵੇਖਦੇ ਜਿਨ੍ਹਾਂ ਨੇ ਸਤਿਗੁਰਾਂ ਨੂੰ ਸੀਸ ਦਿੱਤੇ ਵੇਖੋ ਕਿੱਡੀ ਕੁ ਦ੍ਰਿਸ਼ਟੀ ਨਾਲ ਮਹਾਰਾਜ ਉਹਨਾਂ ਵੱਲ ਤੱਕਦੇ ਹੋਣਗੇ ਭਾਈ ਦਇਆ ਸਿੰਘ ਸਾਹਿਬ ਜੀ ਨੂੰ ਤਾਂ ਸਤਿਗੁਰਾਂ ਜੀ ਨੇ ਕਿਹਾ ਸੀ ਦਇਆ ਸਿੰਘ ਮਮ ਰੂਪ ਉਦਾਰਾ ਭਾਈ ਮੇਰੇ ਵਿੱਚ ਤੇ ਦਇਆ ਸਿੰਘ ਵਿੱਚ ਕੋਈ ਫਰਕ ਨਹੀਂ ਸਾਡਾ ਬਚਨ ਦਇਆ ਸਿੰਘ ਦਾ ਬਚਨ ਹੈ ਦਇਆ ਸਿੰਘ ਦਾ ਬਚਨ ਸਾਡਾ ਬਚਨ ਹੈ ਐਡੀ ਸਤਿਗੁਰਾਂ ਨੇ ਪਦਵੀ ਦਿੱਤੀ ਸੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕੋਈ ਫਿਰ ਭਿੰਨ ਭੇਦ ਹੀ ਨਹੀਂ ਰਹਿਣ ਦਿੰਦੇ ਜਦੋਂ ਇਹ ਕਟਾਕਸ਼ ਦੀ ਨਿਗਾਹ ਹੈ ਭਾਈ ਨੰਦ ਲਾਲ ਜੀ ਤੇ ਪਈ ਸੀ ਇਹ ਕਟਾਕਸ਼ ਦੀ ਨਿਗਾਹ ਤੇ ਸਾਧ ਸੰਗਤ ਜੀ ਜਿਸ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ ਪਵਿੱਤਰ ਨਜ਼ਰ ਪਈ ਹੈ ਮਹਾਰਾਜ ਨੇ ਨਿਹਾਲ ਕੇ ਹੀ ਵੇਖ ਕੇ ਦੁੱਖ ਤੋੜ ਦਿੱਤੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਆ ਮੇਰੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਜਿਹਦੇ ਤੇ ਹੋ ਜਾਵੇ ਮਹਾਰਾਜ ਕਹਿੰਦੇ ਭਾਈ ਉਹਨੂੰ ਮੇਰਾ ਵਾਹਿਗੁਰੂ ਫਿਰ ਇਹ ਸੰਸਾਰ ਰੂਪੀ ਅੰਨੇ ਖੂਹ ਤੋਂ ਮੁਕਤੀ ਰੂਪੀ ਕੰਢੇ ਤੇ ਚੜਾ ਲੈਂਦਾ ਏ ਕਰ ਕਿਰਪਾ ਦਾਸ ਨਦਰ ਨਿਹਾਲੇ ਕਿਰਪਾ ਕਰਕੇ ਆਪਣੇ ਦਾਸਾਂ ਵੱਲ ਮਿਹਰ ਦੀ ਨਿਗਾਹ ਨਾਲ ਨਜ਼ਰ ਹੁੰਦੀ ਹੈ ਨਿਗਾਹ ਤੇ ਨਿਹਾਲਣਾ ਹੁੰਦਾ ਵੇਖਣਾ ਮਿਹਰ ਦੀ ਨਿਗਾਹ ਨਾਲ ਆਪਣੇ ਦਾਸਾਂ ਵੱਲ ਵਾਹਿਗੁਰੂ ਜੀ ਵੇਖਦੇ ਆ ਗੁਣ
ਗਾਵਹਿ ਪੂਰਨ ਅਬਿਨਾਸੀ। ਮਹਾਰਾਜ ਕਹਿੰਦੇ ਭਾਈ ਰੱਬ ਦੇ ਪਿਆਰੇ ਦਾ ਸੁਭਾਅ ਹੈ ਉਹ ਅਬਿਨਾਸੀ ਪਰਮੇਸ਼ਰ ਦੇ ਹੀ ਗੁਣ ਗਾਉਂਦੇ ਆ ਜੋ ਸਭ ਥਾਵਾਂ ਤੇ ਪੂਰਨ ਵਿਆਪਕ ਹੋ ਰਿਹਾ ਹੈ। ਜਿਹੜਾ ਨਾਸ਼ ਤੋਂ ਰਹਿਤ ਹੈ ਵਾਹਿਗੁਰੂ ਉਹਦੇ ਗੁਣ ਗਾਉਂਦੇ ਐ। ਨਾਸ਼ਵੰਤ ਸੰਸਾਰ ਦੇ ਗੁਣ ਨਹੀਂ ਰੱਬ ਦੇ ਪਿਆਰੇ ਗਾਉਂਦੇ। ਕਹਿ ਸੁਣ ਟੋਟ ਨਾ ਆਵਣਿਆ। ਸਾਧ ਸੰਗਤ ਜੀ ਕਹਿਣ ਨਾਲ ਤੇ ਸੁਣਨ ਨਾਲ ਵੀ ਪਰਮੇਸ਼ਰ ਦੇ ਨਾਮ ਦਾ ਟੋਟਾ ਨਹੀਂ ਆਉਂਦਾ। ਇਹ ਭਗਤ ਪਿਆਰੇ ਜਾਣਦੇ ਐ ਤੇ ਫਿਰ ਉਹ ਕਹਿੰਦੇ ਐ ਸੁਣਦੇ ਐ ਜਿਸ ਕਰਕੇ ਉਹਨਾਂ ਕੋਲ ਕਿਸੇ ਪ੍ਰਕਾਰ ਦਾ ਟੋਟਾ ਹੀ ਨਹੀਂ ਆਉਂਦਾ, ਘਾਟਾ ਹੀ ਨਹੀਂ ਪੈਂਦਾ। ਸਭ ਪਦਾਰਥ ਵਰਦੇ ਆ ਨਾਮ ਕਰਕੇ, ਵਡਿਆਈ ਹੁੰਦੀ ਹੈ, ਸੰਸਾਰ ਜਸ ਗਾਉਂਦਾ ਹੈ। ਪਰ ਭਗਤਾਂ ਨੂੰ ਤੇ ਨਾਮ ਹੀ ਚਾਹੀਦਾ। ਜਿੱਥੇ ਬਾਹਲੀ ਵਡਿਆਈ ਹੋਣ ਲੱਗ ਜੇ ਨਾ ਉਹ ਇੱਕ ਥਾਂ ਨੂੰ ਛੱਡ ਕੇ ਦੂਸਰੀ ਥਾਂ ਤੇ ਫਿਰ ਚਲੇ ਜਾਂਦੇ। ਸੰਤ ਬਾਬਾ ਦਲੇਲ ਸਿੰਘ ਜੀ ਇੱਕ ਮਹਾਂਪੁਰਖ ਹੋਏ ਆ, ਬਰਕਤ ਮਹਾਂਪੁਰਖ। ਉਹ ਜਦੋਂ ਕਹਿੰਦੇ ਕੋਈ ਕੁਟੀਆ ਪਾ ਲੈਂਦੇ ਨਾ ਤੇ ਕੋਈ ਉੱਥੇ ਲੋਕ ਆਉਣ ਲੱਗ ਜਾਂਦੇ, ਉਹ ਕੁਟੀਆ ਨੂੰ ਅੱਗ ਲਾ ਕੇ ਤੇ ਅੱਗੇ ਤੁਰ ਪਿਆ ਕਰਦੇ ਸੀ। ਉਹ ਇਉਂ ਸਾਧ ਸੰਗਤ ਜੀ ਉਹਨਾਂ ਕੋਲ ਟੋਟਾ ਹੀ ਨਹੀਂ ਆਉਂਦਾ, ਪਰ ਉਹ ਪਦਾਰਥਾਂ ਨੂੰ ਨਹੀਂ ਮੋਹ ਕਰਦੇ, ਵਾਹਿਗੁਰੂ ਨਾਲ ਪਿਆਰ ਕਰਦੇ ਐ। ਸਤਿਗੁਰੂ ਜੀ ਕਹਿੰਦੇ ਭਾਈ ਟੋਟਾ ਨਹੀਂ ਆਉਂਦਾ ਕਹਿਣ ਤੇ ਆਖਣ ਨਾਲ ਤੇ ਸੁਣਨ ਨਾਲ ਪਰਮੇਸ਼ਰ ਦੇ ਭੰਡਾਰੇ ਹੀ ਭਰੇ ਪਏ ਆ। ਅਥਾ ਉਥਾ ਤੂੰ ਹੈ ਰਖਵਾਲਾ। ਭਗਤ ਪਿਆਰਿਆਂ ਦਾ ਨਿਸ਼ਚੈ ਮਹਾਰਾਜ ਇੱਥੇ ਵੀ ਇਸ ਲੋਕ ਵਿੱਚ ਵੀ ਤੇ ਉੱਥੇ ਪਰਲੋਕ ਵਿੱਚ ਹੀ ਮਹਾਰਾਜ ਤੂੰ ਹੀ ਰਖਵਾਲਾ, ਰੱਖਿਆ ਕਰਨ ਵਾਲਾ ਆਪਣੇ ਸੇਵਕ ਦੀ। ਮਾਤ ਗਰਭ ਮਹਿ ਤੁਮ ਹੈ ਪਾਲਾ। ਕਿਉਂਕਿ ਮਾਤਾ ਦੇ ਗਰਭ ਵਿੱਚ ਵੀ ਕਿਸੇ ਹੋਰ ਥੋੜੋ ਬਚਾਇਆ ਸੀ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਨ ਹਾਰੇ। ਮਹਾਰਾਜ ਉੱਥੇ ਵੀ ਤੂੰ ਹੀ ਪਾਲਿਆ ਸੀ ਜਠਰ ਅਗਨੀ ਤੋਂ, ਮਹਾਰਾਜ ਤੂੰ ਹੀ ਰੱਖਿਆ ਕੀਤੀ ਸੀਗੀ। ਮਾਇਆ ਅਗਨ ਨਾ ਪੋਹੈ ਤਿਨ ਕਾ। ਤੇ ਜਦੋਂ ਮਹਾਰਾਜ ਕਹਿੰਦੇ ਭਾਈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਤੇ ਮਾਇਆ ਦੀ ਅਗਨ ਕਿਹਨੂੰ ਪੋ ਸਕਦੀ ਹੈ ਫਿਰ ਜੇ ਉਹਦੀ ਲਿਵ ਲੱਗੀ ਰਹੇ ਪਰਮੇਸ਼ਰ ਨਾਲ। ਅੰਦਰ ਜੇ ਜਠਰ ਅਗਨੀ ਨੇ ਨਹੀਂ ਨਾ ਪੋਇਆ ਪਰਮੇਸ਼ਰ ਦੇ ਨਾਮ ਸਿਮਰਨ ਨੂੰ ਕਰਦਾ ਸੈਂ ਤਾਂ ਮਹਾਰਾਜ ਕਹਿੰਦੇ ਹੁਣ ਜੇ ਤੂੰ ਨਾਮ ਸਿਮਰਨ ਨੂੰ ਭੁਲਾਇਆ ਨਾ ਤਾਂ ਹੀ ਮਾਇਆ ਦੀ ਅਗਨ ਤੈਨੂੰ ਸਾੜ ਰਹੀ ਹੈ, ਤਾਂ ਹੀ ਮਾਇਆ ਦੀ ਅੱਗ ਤੈਨੂੰ ਭਸਮ ਕਰਦੀ ਜਾ ਰਹੀ ਹੈ। ਵਾਹਿਗੁਰੂ ਦਾ ਭਜਨ ਕਰ। ਜੇ ਤੈਨੂੰ ਮਹਾਰਾਜ ਕਹਿੰਦੇ ਨੇ ਔਰ ਕੀ ਬਾਤ ਕਹਾ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਜੇ ਮਾਤਾ ਦੇ ਉਦਰ ਚ ਤੇਰੀ ਉਸ ਜਠਰ ਅਗਨੀ ਤੋਂ ਰੱਖਿਆ ਕੀਤੀ ਹੈ ਤੇ ਹੁਣ ਮਾਇਆ ਦੀ ਅੱਗ ਤੋਂ ਨਹੀਂ ਬਚਾਵੇਗਾ। ਜਿਹਨੂੰ ਇਹ ਨਿਸ਼ਚੈ ਨਾ ਮਹਾਰਾਜ ਕਹਿੰਦੇ ਭਾਈ ਉਹਨੂੰ ਫਿਰ ਮਾਇਆ ਦੀ ਅੱਗ ਜਿਹੜੀ ਆ ਉਹ ਨਹੀਂ ਪੋ ਸਕਦੀ, ਨਹੀਂ ਸਾੜ ਸਕਦੀ। ਰੰਗ ਰਤੇ ਗੁਣ ਗਾਵਣਿਆ। ਕਿਉਂ ਨਹੀਂ ਸਾੜਦੀ? ਕਿਉਂਕਿ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਵਾਹਿਗੁਰੂ ਦੇ ਗੁਣਾਂ ਨੂੰ ਉਹ ਗਾਵਣਿਆ ਗਾਉਂਦੇ ਰਹਿੰਦੇ ਆ। ਕਿਆ ਗੁਣ ਤੇਰੇ ਆਖ ਸੰਭਾਲੇ। ਉਹ ਪਿਆਰ ਨਾਲ ਕਹਿੰਦੇ ਮਹਾਰਾਜ ਸਾਡੀ ਜੀਭਾ ਇੱਕ ਵੈ, ਆਪ ਦੇ ਗੁਣ ਮਹਾਰਾਜ ਬੇਅੰਤ ਤੇ ਅਨੰਤ ਨੇ। ਕਿਹੜੇ ਕਿਹੜੇ ਗੁਣ ਮਹਾਰਾਜ ਕਹਿ ਕਹਿ ਕੇ ਸੰਭਾਲੀਏ, ਚੇਤੇ ਕਰੀਏ। ਮਨ ਤਨ ਅੰਤਰ ਤੁਧ ਨਦਰ ਨਿਹਾਲੇ। ਮਹਾਰਾਜ ਤੂੰ ਆਪ ਹੀ ਕਿਰਪਾ ਕਰਕੇ ਸਾਡੇ ਮਨ ਦੇ ਉੱਤੇ ਵੀ ਨਿਗਾਹ ਪਾ ਕੇ ਨਿਹਾਲ ਕਰ ਦਿੱਤਾ ਹੈ ਤੇ ਸਾਡੇ ਸਰੀਰ ਤੇ ਵੀ ਨਿਗਾਹ ਪਾ ਕੇ ਦੁੱਖ ਹੀ ਤੋੜ ਦਿੱਤੇ ਸਾਰੇ। ਮਹਾਰਾਜ ਮਨ ਤੇ ਤਨ ਦੇ ਅੰਦਰ ਤੂੰ ਹੀ ਆਪਣੀ ਮਿਹਰ ਦੀ ਨਿਗਾਹ ਨਿਹਾਲਿਆ ਹੈ, ਵੇਖਿਆ ਹੈ, ਸਾਡੇ ਤੇ ਰਹਿਮਤ ਕੀਤੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਵਾਹਿਗੁਰੂ ਜੀ ਨੇ ਇਹੋ ਜੀ ਮਿਹਰ ਦੀ ਨਿਗਾਹ ਕੀਤੀ ਹੈ ਕਿ ਮਨ ਤੇ ਤਨ ਕਰਕੇ ਨਿਹਾਲ ਹੋ ਗਏ ਆ ਪਿਆਰੇ। ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ। ਇਹ ਵਾਹਿਗੁਰੂ ਤੂੰ ਮੇਰਾ ਇਸ ਲੋਕ ਦਾ ਮਿੱਤਰ ਹੈ ਦੁੱਖਾਂ ਤੋਂ ਬਚਾਉਣ ਵਾਲਾ, ਤੇ ਪ੍ਰਲੋਕ ਦਾ ਸੱਜਣ ਹੈ ਮਹਾਰਾਜ ਜਮਾਂ ਦੀ ਮਾਰ ਤੋਂ ਬਚਾਉਣ ਵਾਲਾ। ਫਿਰ ਪੜ ਦਿਓ। ਮੇਰਾ ਮੀਤ ਸਾਜਨ ਮੇਰਾ ਸੁਆਮੀ। ਤੇ ਮੇਰਾ ਸੁਆਮੀ ਮਾਲਕ ਵੀ ਮਹਾਰਾਜ ਤੂੰ ਹੈ। ਤੁਧ ਬਿਨ ਅਵਰ ਨਾ ਜਾਣਿਆ। ਮਹਾਰਾਜ ਤੇਰੇ ਤੋਂ ਬਿਨਾਂ ਅਸੀਂ ਹੋਰ ਕਿਸੇ ਨੂੰ ਨਹੀਂ ਜਾਣਦੇ। ਸਾਡੀ ਤਾਂ ਪਹਿਚਾਨ ਤੇਰੇ ਨਾਲ ਹੀ ਹੈ। ਤੇ ਜਿਹੜਾ ਨਿਰੰਕਾਰ ਨੂੰ ਜਾਣਦਾ ਨਾ ਤੇ ਸਾਧ ਸੰਗਤ ਜੀ ਵੇਖ ਲਓ, ਇੱਕ ਦੇਸ਼ ਵਿੱਚੋਂ ਕੋਈ ਚੱਲ ਕੇ ਆ ਜਾਏ ਤੇ ਦੂਸਰੇ ਦੇਸ਼ 'ਚ ਭਾਵੇਂ ਉੱਥੇ ਮੰਤਰੀ ਹੋਵੇ ਲੱਗਾ, ਉਹਨੂੰ ਉੱਥੇ ਪਹਿਚਾਣਿਆ ਨਹੀਂ ਜਾਂਦਾ, ਉਹਨੂੰ ਦੱਸਣਾ ਹੀ ਪੈਂਦਾ। ਪਹਿਲਾਂ ਫੋਨ ਕਰਾਉਣੇ ਪੈਂਦੇ ਆ ਕਿ ਮੈਂ ਫਲਾਣੇ ਦੇਸ਼ ਦਾ ਮੰਤਰੀ ਆ, ਮੈਨੂੰ ਆਹ ਸਹੂਲਤਾਂ ਚਾਹੀਦੀਆਂ। ਜੇ ਨਾ ਫੋਨ ਕਰਾਵੇ ਨਾ ਦੱਸੇ ਤੇ ਕੌਣ ਪਹਿਚਾਣਦਾ ਹੈ? ਰੱਬ ਦੇ ਪਿਆਰਿਆਂ ਨੂੰ ਕੇਵਲ ਇਸ ਦੁਨੀਆ 'ਚ ਨਹੀਂ ਸਾਰੀ ਕਾਇਨਾਤ 'ਚ ਪਹਿਚਾਣਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਪਰਮੇਸ਼ਰ ਨੂੰ ਜਾਣਿਆ ਹੈ।
ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਨੂੰ ਉਹ ਜਾਣਦੇ ਹੀ ਨਹੀਂ। ਹਰ ਥਾਂ ਤੇ ਵਾਹਿਗੁਰੂ ਨੂੰ ਹੀ ਪਹਿਚਾਣਦੇ ਆ। ਜਿਸ ਕਾ ਤੂੰ ਪ੍ਰਭ ਭਇਆ ਸਹਾਏ। ਇਹ ਵਾਹਿਗੁਰੂ ਜਿਹਦੀ ਸਹਾਇਤਾ ਵਾਸਤੇ ਤੂੰ ਮਹਾਰਾਜ ਖਲੋ ਗਿਆ ਹੈ, ਜਿਹਦੇ ਮਹਾਰਾਜ ਰੱਖਿਆ ਕਰਨ ਵਾਸਤੇ ਤੁਸੀਂ ਆਪ ਖਲੋ ਜਾਂਦੇ ਹੋ। ਤੈਸਾ ਤਤੀ ਵਾਉ ਨਾ ਲੱਗੈ ਕਾਏ। ਦੱਸੋ ਮਹਾਰਾਜ ਕਹਿੰਦੇ ਕਾਈ ਰੱਤੀ ਮਾਤਰ ਵੀ ਉਹਨੂੰ ਤੱਤੀ ਵਾਹ ਨਹੀਂ ਫਿਰ ਲੱਗ ਸਕਦੀ। ਜਿਹਦੀ ਰੱਖਿਆ ਵਾਸਤੇ ਮਹਾਰਾਜ ਆਪ ਹੀ ਕਹਿਣ ਵੀ ਤੇਰੀ ਰੱਖਿਆ ਅਸੀਂ ਕਰਾਂਗੇ ਜਾ। ਤੇ ਬਿਧੀ ਚੰਦ ਜੀ ਕਿਵੇਂ ਛਛੰਦ ਹੋ ਕੇ ਨਿਰਭੈ ਹੋ ਕੇ ਕਿਲੇ 'ਚ ਜਾ ਵੜੇ ਸੀਗੇ। ਕਿਵੇਂ ਸਾਧ ਸੰਗਤ ਜੀ ਪੱਟੀਆਂ ਦਿਸ਼ਾਲੇ ਕੱਢ ਲਿਆਂਦੇ ਸੀ। ਕਿਵੇਂ ਨਿਰਭੈ ਹੋ ਕੇ ਭੱਠੀ ਵਾਲੇ ਨੂੰ ਕਹਿੰਦੇ ਚੱਕ ਦੇ ਕੜਾਹਾ। ਬਲ ਦੇ ਭੱਠ ਵਿੱਚ ਬਹਿ ਗਏ ਸੀ। ਗੁਰੂ ਸਾਹਿਬ ਜੀ ਦੇ ਆਸਰੇ ਤੇ ਬੈਠੇ ਸੀ ਨਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਦੇ ਸਿਰ ਤੇ ਆਪ ਹੱਥ ਰੱਖਿਆ ਹੋਇਆ, ਸਾਰਾ ਹੀ ਸੇਕ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਰੀਰ ਤੇ ਬਰਦਾਸ਼ਤ ਕੀਤਾ। ਮਹਾਰਾਜ ਸਿੱਖਾਂ ਨੂੰ ਕਹਿੰਦੇ ਅੱਜ ਗਰਮੀ ਬੜੀ ਆ, ਗਾਗਰਾਂ ਜਲ ਦੀਆਂ ਭਰ ਭਰ ਸਾਡੇ ਸਰੀਰ ਤੇ ਪਾਓ। ਜਿੰਨਾ ਚਿਰ ਬਿਧੀ ਚੰਦ ਜੀ ਬਲ ਦੇ ਭੱਠ ਵਿੱਚ ਬੈਠੇ ਰਹੇ, ਹਜੂਰ ਆਪਣੇ ਸਰੀਰ ਤੇ ਜਲ ਪਵਾਉਂਦੇ ਰਹੇ। ਜਿਹਦੀ ਰੱਖਿਆ ਵਾਸਤੇ ਮਹਾਰਾਜ ਤੁਸੀਂ ਖਲੋ ਗਏ ਹੋ, ਉਹਨੂੰ ਤੱਤੀ ਵਾਹ ਨਹੀਂ ਲੱਗ ਸਕਦੀ। ਮਹਾਰਾਜ ਕਿਹਾ ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਉਹਦਾ ਕੋਈ ਸਾਧ ਸੰਗਤ ਜੀ ਕੋਈ ਰੋਮ ਨਹੀਂ ਵਿੰਗਾ ਕਰ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਤੈਂਡੇ ਸਿਮਰਨ ਹਬ ਕਿਛ ਲੱਦਮ, ਬਿਖਮ ਨਾ ਡਿਠਮ ਕੋਈ, ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਉਹਦੀ ਕੋਈ ਕੌਣ ਇੱਜ਼ਤ ਮੇਟ ਸਕਦਾ ਮਹਾਰਾਜ, ਜਿਹਦੇ ਤੇ ਤੁਸੀਂ ਆਪਣਾ ਹੱਥ ਰੱਖਦੇ ਹੋ, ਜਿਹਦੇ ਵਾਸਤੇ ਤੁਸੀਂ ਖਲੋ ਜਾਂਦੇ ਹੋ। ਕਹਿੰਦੇ ਇੱਕ ਪਹਾੜੀ ਰਾਜਾ ਸੀਗਾ, ਉਹਨੇ ਮਹਾਰਾਜ ਦੀ ਸ਼ਰਨ ਲਈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ। ਤੇ ਉਹ ਬੜੇ ਰਾਜੇ ਉਹਨੂੰ ਦਬਾ ਦਿਆ ਕਰਦੇ ਸੀਗੇ ਇਕੱਠੇ ਹੋ ਕਰਕੇ। ਤੇ ਜਦੋਂ ਉਹਨੇ ਮਹਾਰਾਜ ਦੀ ਸ਼ਰਨ ਲੈ ਲਈ, ਜਿਵੇਂ ਮੇਦਨੀ ਪ੍ਰਕਾਸ਼ ਦਾ ਜ਼ਿਕਰ ਆਉਂਦਾ, ਉਹਨੇ ਵੀ ਮਹਾਰਾਜ ਦੀ ਸ਼ਰਨ ਲਈ ਸੀ ਨਾ, ਭਾਵੇਂ ਪਹਾੜੀ ਰਾਜਾ ਹੀ ਸੀਗਾ, ਮਹਾਰਾਜ ਦੀ ਸ਼ਰਨ ਲਈ ਸੀ। ਤੇ ਜਦੋਂ ਸਤਿਗੁਰੂ ਜੀ ਉੱਥੇ ਗਏ ਤੇ ਫਤਿਹ ਸ਼ਾਹ ਆਪੇ ਚਰਨੀ ਆ ਕੇ ਡਿੱਗ ਗਿਆ ਸੀ, ਡਰ ਗਿਆ ਸੀ ਮਹਾਰਾਜ ਵੱਲ ਵੇਖ ਕੇ। ਇਹ ਵੀ ਜਦੋਂ ਰਾਜੇ ਉਹ ਚੜ੍ਹਾਈ ਕਰਕੇ ਆਏ ਨਾ, ਤੇ ਗੁਰੂ ਸਾਹਿਬ ਆਪ ਘੋੜੇ ਤੇ ਚੜੇ ਸਾਹਮਣੇ ਯੁੱਧ ਦੇ ਮੈਦਾਨ 'ਚ ਖਲੋਤੇ ਸੀ। ਉਸ ਰਾਜੇ ਤੇ ਦੂਸਰੇ ਪਾਸੇ ਕੋਈ ਅਜਮਤ ਸ਼ਕਤੀਆਂ ਵਾਲਾ ਸੀ। ਤੇ ਉਹਨੇ ਜਦੋਂ ਅਜਮਤ ਸ਼ਕਤੀ ਨਾਲ ਵੇਖ ਲਿਆ ਨਾ ਕਿ ਮਹਾਰਾਜ ਅੱਜ ਆਪ ਖਲੋਤੇ ਆ, ਉਹਨੂੰ ਕਹਿੰਦੇ ਆ ਕਿ ਦੱਸ ਅੱਜ ਕਿਵੇਂ ਯੁੱਧ ਜਿੱਤਿਆ ਜਾ ਸਕਦਾ। ਕਹਿੰਦਾ ਅੱਜ ਤਾਂ ਸੂਰਜ ਹੀ ਚੜਿਆ ਪਿਆ ਸਾਹਮਣੇ, ਹੁਣ ਨਹੀਂ ਕੁਝ ਜਿੱਤਣ ਜੁੱਤਣ ਦੀ ਆਸ, ਤੇ ਸਰਨੀ ਪੈ ਜਾਓ ਮਹਾਰਾਜ ਦੀ। ਇਹ ਸਾਧ ਸੰਗਤ ਜੀ ਜਿਹਦੀ ਆਸਰੇ ਤੇ ਮਹਾਰਾਜ ਹੀ ਆ ਕੇ ਖਲੋ ਜਾਣ। ਰਾਜਾ ਰਾਮ ਸਿੰਘ ਦੀ ਜਿੱਤ ਕਰਾਉਣ ਲਈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਚਲੇ ਗਏ ਸੀ ਅਸਾਮ। ਤੇ ਉਹ ਕਮੱਖਿਆ ਦੇਵੀ ਦਾ ਪੂਜਕ ਸੀਗਾ। ਜਦੋਂ ਕੋਈ ਚਾਰਾ ਨਾ ਚੱਲਿਆ ਨਾ, ਉਹ ਅਸਾਮ ਦੇ ਰਾਜੇ ਨੇ ਰਾਤ ਨੂੰ ਕਮੱਖਿਆ ਦੇਵੀ ਦੀ ਪੂਜਾ ਕੀਤੀ, ਬੜੀਆਂ ਬਲੀਆਂ ਵੀ ਦਿੱਤੀਆਂ, ਤੇ ਆਖਿਆ ਵੀ ਮਦਦ ਕਰ ਹੁਣ ਸਾਡੀ ਔਖਾ ਸਮਾਂ। ਰਾਤ ਸੁਪਨੇ 'ਚ ਆਈ ਦੇਵੀ, ਫਿਰ ਕਮੱਖਿਆ ਦੇਵੀ ਰਾਜੇ ਨੂੰ ਕਹਿੰਦੀ ਸਾਹਮਣੇ ਉਹ ਆ ਗਏ ਆ ਜਿਨ੍ਹਾਂ ਦੀ ਅਸੀਂ ਵੀ ਪੂਜਾ ਕਰਦੇ ਆ, ਇਸ ਕਰਕੇ ਹੁਣ ਨਹੀਂ ਕੋਈ ਚਾਰਾ ਚੱਲ ਸਕਦਾ, ਕੋਈ ਜਿੱਤ ਦੀ ਆਸ ਨਹੀਂ ਹੈ। ਹਾਂ ਉਹਨਾਂ ਦਾ ਬਿਰਦ ਇਹੋ ਜਿਹਾ ਕਿ ਜਿਹੜਾ ਸ਼ਰਨ ਪੈ ਜੇ ਉਹਦੀ ਲਾਜ ਰੱਖਦੇ ਆ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਰਨ ਚਲੇ ਜਾ, ਅਸੀਂ ਸਾਰੇ ਦੇਵੀ ਦੇਵਤੇ ਉਹਨਾਂ ਦੀ ਸ਼ਰਨ ਹੀ ਤੱਕਦੇ ਆ। ਰਾਜਾ ਫਿਰ ਸਾਰੀਆਂ ਭੇਟਾਵਾਂ ਲੈ ਕੇ ਮਹਾਰਾਜ ਦੇ ਆ ਕੇ ਚਰਨਾਂ ਦੀ ਸ਼ਰਨ 'ਚ ਪਿਆ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਉਹਦੀ ਵੀ ਲਾਜ ਰੱਖੀ ਸੀ ਸੱਚੇ ਪਾਤਸ਼ਾਹ ਨੇ। ਉਹਦਾ ਰਾਜ ਨਹੀਂ ਸੀ ਮਹਾਰਾਜ ਨਸ਼ਟ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਉਹ ਪਵਿੱਤਰ ਯਾਦਗਾਰ ਗੁਰਦੁਆਰਾ ਧੋਬੜੀ ਸਾਹਿਬ ਮੌਜੂਦ ਹੈ ਸਾਧ ਸੰਗਤ ਜੀ, ਜਿਹਦੀ ਰੱਖਿਆ ਵਾਸਤੇ ਮਹਾਰਾਜ ਤੁਸੀਂ ਆਪ ਖਲੋ ਜਾਂਦੇ ਹੋ ਨਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਆ ਉਹਨੂੰ ਕਾਈ ਥੋੜੀ ਮਾਤਰ ਵੀ, ਕਾਈ ਰੱਤੀ ਮਾਤਰ ਵੀ, ਕਾਈ ਕਿਸੇ ਪ੍ਰਕਾਰ ਦੀ ਵੀ ਤੱਤੀ ਵਾਹ ਨਹੀਂ ਲੱਗਣ ਦਿੰਦੇ। ਤੇ ਮਹਾਰਾਜ ਸਾਹਿਬ ਜੀ ਨੂੰ ਆ ਕੇ ਆਖਿਆ ਸੀ ਨਾ, ਸਿੱਖਾਂ ਨੇ ਮਹਾਰਾਜ ਸੁਲਹੀ ਖਾਨ ਚੜਾਤਾ ਪ੍ਰਿਥੀ ਚੰਦ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਸਿੱਖੋ ਕੋਈ ਨਹੀਂ, ਨਿਰੰਕਾਰ ਦੀ ਟੇਕ ਰੱਖੋ। ਮਹਾਰਾਜ ਚੜ ਕੇ ਆ ਗਿਆ, ਕੀ ਕਰਾਂਗੇ, ਬੜੀ ਔਖੀ ਬਣੀ ਹੈ। ਸਿੱਖਾਂ ਦਾ ਭੈ ਜਾਣ ਕੇ ਸਤਿਗੁਰਾਂ ਨੇ ਸ਼ਬਦ ਉਚਾਰਿਆ ਸੀ ਬਿਲਾਵਲ ਰਾਗ ਦੇ ਅੰਦਰ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਮੂਆ ਹੋਆ ਨਾ ਪਾਕ। ਇਹ ਸ਼ਬਦ ਸਤਿਗੁਰਾਂ ਨੇ ਕਹੇ ਤੇ ਸੁਲਹੀ ਖਾਨ ਭੱਠੇ 'ਚ ਘੋੜੇ ਸਮੇਤ ਪੈ ਕੇ ਸੜ ਕੇ ਮਰ ਗਿਆ ਸੀ। ਪ੍ਰਤੱਖ ਸ਼ਬਦ ਸਤਿਗੁਰਾਂ ਕਿਹਾ, ਜਿਨ ਰਚਿਆ ਤਿਨ ਦੀਨਾ ਧਾਕ। ਜਿਸ ਵਾਹਿਗੁਰੂ ਨੇ ਰਚਿਆ ਸੀ ਸੁਲਹੀ ਖਾਨ ਨੂੰ, ਉਹਨੇ ਹੀ ਅੱਗ 'ਚ ਧੱਕ ਦਿੱਤਾ ਮੌਤ ਦੇ ਮੂੰਹ ਵਿੱਚ, ਕਿਉਂਕਿ ਜਿਨ ਜਨ ਕਾ ਕੀਨੋ ਪੂਰਨ ਵਾਕ। ਮਹਾਰਾਜ ਕਹਿੰਦੇ ਆਪਣਾ ਸੇਵਕ ਜਾਣ ਕੇ ਵਾਹਿਗੁਰੂ ਨੇ ਸਾਡਾ ਵਾਕ ਹੀ ਪੂਰਾ ਕਰ ਦਿੱਤਾ।
ਇਹੋ ਜੀ ਬਖਸ਼ਿਸ਼ ਮਹਾਰਾਜ ਕਹਿੰਦੇ ਜਿਹਦੇ ਸਿਰ ਦੇ ਉੱਤੇ ਪਰਮੇਸ਼ਰ ਆਪ ਖੜਿਆ ਨਾ, ਉਹਨੂੰ ਤੱਤੀ ਵਾਹ ਨਹੀਂ ਲੱਗ ਸਕਦੀ। ਸਾਧ ਸੰਗਤ ਜੀ, ਜੀਵ ਆ ਨਾ, ਅਸੀਂ ਡੋਲ ਜਾਂਦੇ, ਆਸਰਾ ਨਹੀਂ ਮਹਾਰਾਜ ਦਾ ਲੈਂਦੇ ਨਾ, ਤੇ ਭਾਵੇਂ ਕਿ ਸੰਸਾਰ ਸਾਰੇ 'ਚ ਮਹਾਮਾਰੀ ਪਈ ਹੋਈ ਹੈ, ਤੇ ਫਿਰ ਵੀ ਸਾਧ ਸੰਗਤ ਜੀ ਚਿੱਤ ਤਾਂ ਡੋਲਦੇ ਆ, ਪਰ ਗੁਰੂ ਸਾਹਿਬ ਕਹਿੰਦੇ ਬਾਣੀ ਦਾ ਆਸਰਾ ਲਓ, ਨਾਮ ਦਾ ਆਸਰਾ ਲਓ। ਤੇ ਜਿਹਦੇ ਸਿਰ ਦੇ ਉੱਤੇ ਨਿਰੰਕਾਰ ਆਪ ਹੀ ਖਲੋਤਾ ਹੈ ਸਾਧ ਸੰਗਤ ਜੀ, ਉਹਦੇ ਤਾਂ ਸਾਰੇ ਰੋਗ ਤੋੜ ਦਿੰਦੇ। ਉਹਨੂੰ ਰੋਗ ਹੋਣਾ ਕੀ ਹੈ? ਮਹਾਰਾਜ ਕਹਿੰਦੇ ਉਹਨੂੰ ਭਾਈ ਥੋੜੀ ਮਾਤਰ ਵੀ ਤੱਤੀ ਵਾਹ ਨਹੀਂ ਮੇਰਾ ਵਾਹਿਗੁਰੂ ਲੱਗਣ ਦਿੰਦਾ। ਤੂੰ ਸਾਹਿਬ ਸ਼ਰਨ ਸੁਖ ਦਾਤਾ। ਮਹਾਰਾਜ ਤੂੰ ਸਾਹਿਬ ਮਾਲਕ ਹੈ, ਸ਼ਰਨ ਵਿੱਚ ਪੈਣ ਵਾਲਿਆਂ ਨੂੰ ਮਹਾਰਾਜ ਸੁਖ ਦੇਣ ਵਾਲਾ ਬ੍ਰਹਮਾ ਆਨੰਦ ਦਾ। ਮਹਾਰਾਜ ਸ਼ਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਤੇਰਾ ਬਿਰਦ ਹੈ, ਤੇਰਾ ਸੁਭਾਅ ਹੈ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹੋ ਬਿਰਦ ਸੁਆਮੀ ਸੰਦਾ। ਮਹਾਰਾਜ ਆਪ ਸੁੱਖਾਂ ਦੇ ਦਾਤੇ ਹੋ। ਸਤ ਸੰਗਤ ਜਪ ਪ੍ਰਗਟਾਵਣਿਆ। ਮਹਾਰਾਜ ਸਤ ਸੰਗਤ ਦੇ ਅੰਦਰ ਜਿਹੜੇ ਜਪਦੇ ਆ ਨਾ, ਉਹਨਾਂ ਨੂੰ ਆਪਣਾ ਸਰੂਪ ਪ੍ਰਗਟਾਵਣਿਆ, ਪ੍ਰਗਟ ਕਰ ਦਿੰਦਾ ਹੈ ਅੰਦਰ। ਜਿਹੜੇ ਸਤ ਸੰਗਤ ਵਿੱਚ ਆ ਕਰਕੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮਹਾਰਾਜ ਸੰਗਤ ਵਿੱਚ ਬਹਿ ਕੇ ਜਿਹੜਾ ਤੇਰਾ ਨਾਮ ਜਪਦੇ ਆ ਨਾ, ਉਹਨਾਂ ਨੂੰ ਮਹਾਰਾਜ ਆਪਣਾ ਆਪ ਪ੍ਰਗਟਾਵਣਿਆ, ਪ੍ਰਗਟ ਕਰ ਦਿੰਦਾ ਹੈ ਅੰਦਰ। ਤੂੰ ਉੱਚ ਅਥਾਹ ਅਪਾਰ ਅਮੋਲਾ। ਮਹਾਰਾਜ ਤੂੰ ਉੱਚਿਆਂ ਤੋਂ ਉੱਚਾ ਹੈ, ਤੇਰਾ ਥਾਹ ਨਹੀਂ ਪਾ ਸਕਦਾ। ਮਹਾਰਾਜ ਤੇਰੀ ਡੁੰਗਿਆਈ ਨੂੰ ਨਹੀਂ ਨਾਪਿਆ ਜਾ ਸਕਦਾ। ਫਿਰ ਪੜ੍ਹ ਦਿਓ। ਤੂੰ ਉੱਚ ਅਥਾਹ ਅਪਾਰ ਅਮੋਲਾ। ਤੇ ਪਾਰਾਵਾਰ ਤੋਂ ਰਹਿਤ ਹੈ, ਤੇਰਾ ਅੰਤ ਨਹੀਂ ਜਾਣਿਆ ਜਾ ਸਕਦਾ, ਤੇ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਅਮੋਲਕ ਹੈ ਤੂੰ। ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ। ਮਹਾਰਾਜ ਤੂੰ ਸਾਡਾ ਸੱਚਾ ਸਾਹਿਬ ਮਾਲਕ ਹੈ, ਅਸੀਂ ਦਾਸ ਸੇਵਕ ਤੇਰੇ ਗੋਲੇ ਹਾਂ, ਗੁਲਾਮ ਹਾਂ। ਮੁੱਲ ਖਰੀਦੀ ਲਾਲਾ ਗੋਲਾ। ਜਿਹੜਾ ਗੋਲਾ ਹੁੰਦਾ ਨਾ ਸਾਧ ਸੰਗਤ ਜੀ, ਇਹ ਖਰੀਦਿਆ ਹੁੰਦਾ, ਇਹਦੀ ਤਨਖਾਹ ਨਹੀਂ ਹੁੰਦੀ, ਇਹ ਕੋਈ ਚਾਕਰੀ ਨਹੀਂ ਕਰ ਰਿਹਾ ਹੁੰਦਾ। ਗੁਲਾਮ ਦੀ ਕੋਈ ਇੱਛਾ ਨਹੀਂ ਹੁੰਦੀ, ਗੁਲਾਮ ਦਾ ਕੋਈ ਮਨ ਦਾ ਸੰਕਲਪ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਸਾਨੂੰ ਆਪਣਾ ਗੋਲਾ ਹੀ ਬਣਾ ਲਓ ਸੱਚੇ ਪਾਤਸ਼ਾਹ। ਅਸੀਂ ਤਾਂ ਮਹਾਰਾਜ ਤੇਰੇ ਮੁੱਲ ਖਰੀਦੇ ਹੋਏ ਗੋਲੇ ਆ ਸੱਚੇ ਪਾਤਸ਼ਾਹ। ਸਾਡੀ ਕੋਈ ਹੋਰ ਇੱਛਾ ਨਹੀਂ, ਬਸ ਆਪ ਦੀ ਸੇਵਾ 'ਚ ਹੀ ਮਹਾਰਾਜ ਸਾਨੂੰ ਲਾਈ ਰੱਖੋ। ਮਹਾਰਾਜ ਆਪ ਦੀ ਪ੍ਰੀਤ ਦੀ ਸਾਨੂੰ ਖੈਰ ਪਾਓ, ਤੁਹਾਡੀ ਸੇਵਾ ਹੀ ਕਰਦੇ ਰਹੀਏ, ਗੋਲੇ ਹੀ ਬਣੇ ਰਹੀਏ। ਇਹ ਹੀ ਮਹਾਰਾਜ ਸਾਡੀ ਇੱਛਾ ਹੈ। ਮਹਾਰਾਜ ਦਾਸ ਸੇਵਕ ਤਾਂ ਆਪ ਦਾ ਮਹਾਰਾਜ ਗੋਲਾ ਹੈ। ਇਹ ਮਹਾਰਾਜ ਤੁਸੀਂ ਸਾਡੇ ਸਾਹਿਬ ਮਾਲਕ ਹੋ। ਤੂੰ ਮੇਰਾ ਸਾਚੇ ਠਾਕੁਰਾਏ। ਮਹਾਰਾਜ ਤੂੰ ਮੀਰਾ ਪਾਤਸ਼ਾਹ ਹੈ। ਮੀਰਾ ਦਾ ਅਰਥ ਹੁੰਦਾ ਪਾਤਸ਼ਾਹ। ਮਹਾਰਾਜ ਤੂੰ ਮੀਰਾ ਪਾਤਸ਼ਾਹ ਹੈ। ਤੇਰੀ ਜਿਹੜੀ ਠੁਕਰਾਈ ਹੈ ਨਾ, ਇਹ ਪਾਤਸ਼ਾਹੀ ਵੀ ਸੱਚੀ ਹੈ। ਮਹਾਰਾਜ ਹੁਕਮ ਚੱਲਦਾ ਤੇਰਾ ਸਭ ਥਾਵਾਂ ਦੇ ਉੱਤੇ। ਜਿਹੜਾ ਸਾਧ ਸੰਗਤ ਜੀ ਕਿਸੇ ਬਾਦਸ਼ਾਹ ਦਾ ਸੇਵਕ ਹੁੰਦਾ ਹੈ ਨਾ, ਮੰਨ ਲਓ ਕਿ ਜਿਹੜਾ ਇਸ ਦੇਸ਼ ਦਾ ਵਿਦੇਸ਼ ਮੰਤਰੀ ਬਣਿਆ, ਜਾਂ ਉਹਨੂੰ ਪਤਾ ਹੈ ਕਿ ਮੇਰੀ ਵਿਦੇਸ਼ ਮੰਤਰੀ ਦੀ ਤਾਕਤ ਜਿਹੜੀ ਹੈ ਨਾ, ਉਹ ਇਸ ਦੇਸ਼ ਵਿੱਚ ਚੱਲਦੀ ਹੈ, ਦੂਸਰੇ ਦੇਸ਼ ਵਿੱਚ ਨਹੀਂ, ਕਿਉਂਕਿ ਦੂਸਰੇ ਦੇਸ਼ ਦਾ ਰਾਜਾ ਕੋਈ ਹੋਰ ਹੈ। ਤੇ ਜਿਹਦਾ ਸਾਧ ਸੰਗਤ ਜੀ ਮੀਰਾ ਪਾਤਸ਼ਾਹ ਦਾ ਰਾਜ ਹੀ ਸਭ ਥਾਵਾਂ ਤੇ ਚੱਲਦਾ ਹੈ, ਉਹਦੀ ਫਿਰ ਠੁਕਰਾਈ ਮਾਲਕੀ ਵੀ ਸੱਚੀ ਹੈ, ਕਿਉਂਕਿ ਉਹਦੇ ਸੇਵਕ ਦੀ ਵੀ ਉੱਥੇ ਉੱਥੇ ਹੀ ਚੱਲਦੀ ਹੈ ਜਿੱਥੇ ਜਿੱਥੇ ਮਾਲਕ ਦਾ ਰਾਜ ਚੱਲਦਾ। ਫਿਰ ਤੇ ਨਿਰੰਕਾਰ ਦਾ ਰਾਜ ਤੇ ਫਿਰ ਸਭ ਥਾਵਾਂ ਤੇ ਹੈ। ਤੂੰ ਮੀਰਾ ਸਾਚੀ ਠੁਕਰਾਈ। ਫਿਰ ਪੜ੍ਹ ਦਿਓ ਪੰਕਤੀ। ਮੇਰਾ ਸਾਚੇ ਠੁਕਰਾਏ। ਤੂੰ ਮੀਰਾ ਪਾਤਸ਼ਾਹ ਹੈ, ਤੇਰੀ ਠੁਕਰਾਈ ਜਿਹੜੀ ਹਕੂਮਤ ਵੈ ਨਾ, ਉਹ ਸੱਚੀ ਹੈ। ਤੇ ਆ ਤਾਂ ਵੋਟਾਂ ਨਾਲ ਪਾਏ ਹੋਏ ਕਦੇ ਤਾਂ ਬੜੇ ਸੋਹਣੇ ਲੱਗਦੇ ਐ, ਤੇ ਬੜੇ ਆਪਣੇ ਹਾਰ ਸ਼ਿੰਗਾਰ ਕਰ ਕਰਕੇ ਬੋਲਦੇ ਆ, ਤੇ ਬੜਾ ਖਿੜਿਆ ਹੋਇਆ ਚਿਹਰਾ ਦਿਖਾਉਂਦੇ। ਉਹ ਪੁੱਛਦੇ ਰਹਿੰਦੇ ਆ ਕਿ ਚਿਹਰਾ ਕਿਵੇਂ ਸੋਹਣਾ ਲੱਗ ਸਕਦਾ ਹੈ। ਲੀਡਰ ਇਹੋ ਜਿਹੀਆਂ ਗੱਲਾਂ ਪੁੱਛਦੇ ਰਹਿੰਦੇ ਆ, ਕਿਉਂਕਿ ਜਦੋਂ ਰਾਜ ਤੋਂ ਲੱਥਦੇ ਆ ਨਾ, ਉਦੋਂ ਸੁੱਕੀ ਮੂਲੀ ਵਰਗਾ ਮੂੰਹ ਹੋ ਜਾਂਦਾ ਹੈ, ਉਦੋਂ ਬੜਾ ਝੋਰਾ ਲੱਗਦਾ ਹੈ। ਰਾਜ ਨਹੀਂ ਛੱਡਣਾ ਚਾਹੁੰਦੇ, ਕੁਰਸੀ ਨੂੰ ਪਿਆਰ ਕਰਦੇ ਆ। ਤੇ ਝੂਠੀ ਆ ਨਾ ਠੁਕਰਾਈ ਕਦੇ ਹੈਗੀ ਹੈ ਤੇ ਕਦੇ ਨਹੀਂ ਹੈਗੀ, ਪਰ ਨਿਰੰਕਾਰ ਦੀ ਠੁਕਰਾਈ ਹਕੂਮਤ ਐਸੀ ਨਹੀਂ ਹੈ। ਇਸ ਹਕੂਮਤ ਦੇ ਡੰਕੇ ਸਦਾ ਹੀ ਵੱਜਦੇ ਆ। ਮਹਾਰਾਜ ਤੇਰੀ ਠੁਕਰਾਈ, ਤੇਰੀ ਹਕੂਮਤ ਸੱਚੀ ਹੈ, ਸਦਾ ਰਹਿਣ ਵਾਲੀ ਹੈ। ਤੂੰ ਮੀਰਾ ਪਾਤਸ਼ਾਹ ਹੈ।
ਨਾਨਕ ਬਲ ਬਲ ਜਾਵਣਿਆ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਸਤਿਗੁਰੂ ਜੀ, ਹੇ ਨਿਰੰਕਾਰ ਵਾਹਿਗੁਰੂ ਜੀ, ਅਸੀਂ ਆਪ ਤੋਂ ਮਨ ਕਰਕੇ ਬਲ ਬਲ ਜਾਣੇ ਆ, ਸਰੀਰ ਕਰਕੇ, ਬਾਣੀ ਕਰਕੇ ਬਲਹਾਰ ਬਲਹਾਰ ਜਾਣੇ ਆ ਕਿ ਤੁਹਾਡੀ ਹਕੂਮਤ ਸਦਾ ਰਹਿਣ ਵਾਲੀ ਹੈ, ਤੁਹਾਡਾ ਰਾਜ ਸਦਾ ਅਟਲ ਹੈ, ਸਦਾ ਨਿਹਚਲ ਹੈ। ਸੱਚੇ ਪਾਤਸ਼ਾਹ ਮਹਾਰਾਜ, ਤੂੰ ਸਾਡਾ ਪਾਤਸ਼ਾਹ ਹੈ, ਮਹਾਰਾਜ ਤੂੰ ਸਾਡਾ ਮਾਲਕ ਹੈ, ਅਸੀਂ ਤੇਰੇ ਤੋਂ ਬਲਹਾਰ ਜਾਣੇ ਆ, ਕੁਰਬਾਨ ਜਾਣੇ ਆ। ਇਹ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਹਜੂਰ ਰਹਿਮਤ ਕਰਨ ਹਿਰਦੇ ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਤੂੰ ਊਚ ਅਥਾਹ ਅਪਾਰ ਅਮੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ। ਤੂੰ ਮੇਰਾ ਸਾਚੇ ਠਕੁਰਾਏ, ਨਾਨਕ ਬਲ ਬਲ ਜਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ